KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:25 ਹੋਏ ਨੇ। 22 ਫਰਵਰੀ ਦਾ ਦਿਨ ਹੈ, ਵਰਾ 2021 ਦਾ ਸੋਮਵਾਰ ਹੈ। 11 ਫੱਗਣ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਰਾਜਨੀਤੀ ਦੀ ਕੋਈ ਗੱਲਬਾਤ ਤੁਹਾਡੇ ਨਾਲ ਕਰਾਂਗੇ। ਰਾਜਨੀਤੀ ਤੋਂ ਬਾਅਦ ਕੁਝ ਖਬਰਾਂ ਦੇ ਨਾਲ ਹੀ ਅਗਲੇ 2 ਘੰਟਿਆਂ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਜਿਹੜੀ ਹੈ ਉਹ ਲੰਘ ਕੇ ਗਈ ਹੈ। ਕੱਲ 21 ਤਰੀਕ ਨੂੰ ਉਸ ਦੇ ਬਾਰੇ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਕੀ ਹੈ ਤੇ ਮਾਂ ਬੋਲੀ ਦਿਵਸ ਹੈ। ਮਾਂ ਬੋਲੀ ਦਿਵਸ ਤੇ ਮਾਂ ਬੋਲੀ ਨੂੰ ਪ੍ਰਫੁੱਲਤ ਕਿਵੇਂ ਕੀਤਾ ਜਾ ਸਕਦਾ ਹੈ, ਇਸ ਮਾਂ ਬੋਲੀ ਦੀ ਸੇਵਾ ਜਿਹੜੀ ਆਪਾਂ ਕਿਵੇਂ ਕਰ ਸਕਦੇ ਹਾਂ। ਮਾਂ ਬੋਲੀ ਨਾਲ ਜਿਹੜੇ ਢਿੱਡ ਭਰਦੇ ਆ, ਮਾਂ ਬੋਲੀ ਦੇ ਨਾਲ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਹੈ, ਸਾਡਾ ਮਹਿਕਮਾ ਉਹ ਹੋਰ ਵਧੀਆ ਕਿਵੇਂ ਬਣਾ ਸਕਦੇ ਆ। 1844 247 1550 184424715550 ਔਨ 에ਅਰ ਨੰਬਰ ਰਹੇਗਾ। KRPAradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਥ ਤੇ YouTube ਤੇ ਪਾਇਆ ਹੁੰਦਾ ਪ੍ਰੋਗਰਾਮ। 604 729 1224 ਨੰਬਰ ਹੈ। ਜਾਂ ਤੁਸੀਂ ਮੇਰੇ ਨਾਲ WhatsApp ਤੇ ਟੈਕਸਟ ਕਰਨਾ ਹੈ, ਜਾਂ ਔਨ 에ਅਰ ਦਾ ਨੰਬਰ 1844 247 1550 184424715550। ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ। ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਵੀ ਪੱਬਾਂ ਉੱਤੇ ਫਿਰਦੀ ਹੈ। ਤੂੰ ਹਰ ਮੌਸਮ ਦੀ ਆਦੀ ਹੈ, ਤੂੰ ਅੱਜ ਨਹੀਂ ਤੂੰ ਚਿਰਦੀ ਹੈ। ਤੂੰ ਦੁੱਗਣੇ ਬਲ ਸੰਗ ਉੱਠਦੀ ਹੈ ਜਦ ਵੀ ਭੁੰਜੇ ਗਿਰਦੀ ਹੈ। ਤੂੰ ਪਿੱਪਲੀਆਂ ਦੀ ਰੌਣਕ ਹੈ, ਤੂੰ ਗਿੱਧਿਆਂ ਅੰਦਰ ਛੱਡਦੀ ਹੈ ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਹੈ। ਤੂੰ ਅੱਖ ਜੰਡੀਆਂ ਚੋਂ ਨਿਕਲੀ ਹੈ, ਤੂੰ ਜੰਗਲੀ ਮਹਿਕਾਂ ਲੈਂਦੀ ਹੈ। ਤੂੰ ਸ਼ਮਕਾਂ ਖਾਖਾ ਨਿਸਰੀ ਹੈ ਤਾਂ ਵਾਹਵਾਂ ਬਣ ਵੱਗੀ ਹੈ। ਤੂੰ ਆਪਣਿਆਂ ਨੇ ਲੁੱਟੀ ਹੈ, ਤੂੰ ਸਕਿਆਂ ਨੇ ਹੀ ਠੱਗੀਆਂ। ਨੀ ਰਜਬ ਅਲੀ ਦੀ ਲਾਡਲੀ ਹੈ, ਤੂੰ ਸਭ ਨੂੰ ਚੰਗੀ ਲੱਗੀ। ਤੂੰ ਸਾਂਝਾਂ ਪੈ ਫੁੱਲੀ ਹੈ, ਤੂੰ ਚੋਟਾ ਖਾ ਭੁੱਲੀ ਹੈ। ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਕੇ ਮਰਹਮ ਬਣ ਡੁੱਲੀ ਹੈ। ਤੂੰ ਸਰਬਰ ਬੈਠੀ ਹੈ, ਤੂੰ ਸਰਬਰ ਤਰਦੀ ਹੈ। ਤੂੰ ਕੋਇਲ ਕੁਕੂ ਕਰਦੀ ਹੈ, ਤੂੰ ਹਰਨੀ ਚੁੰਗੀਆਂ ਭਰਦੀ ਹੈ। ਤੂੰ ਧੁੱਪਾਂ ਅੰਦਰ ਘੁਲੀ ਹੋਈ, ਤੂੰ ਚਾਨਣ ਦੇ ਸੰਗ ਧੁਲੀ ਹੋਈ। ਤੂੰ ਤੋੜ ਹਸ਼ਰ ਤੱਕ ਰਹਿਣੀ ਹੈ, ਤੇਰੀ ਲੋੜ ਜਗਤ ਨੂੰ ਪੈਣੀ ਹੈ। ਮਿੱਠ ਬੋਲੜੀ ਤੇ ਅਲਵੇਲੀ ਹੈ, ਤੂੰ ਲੱਖਾਂ ਵਿੱਚੋਂ ਅਕੇਲੀ ਹੈ। ਤੂੰ ਕਾਨੇ ਬਾਬੇ ਗੋਰਖ ਦੀ, ਤੂੰ ਬਾਬੇ ਨਾਨਕ ਦੀ ਚੇਲੀ ਹੈ। ਤੂੰ ਚਾਦਰਿਆਂ ਦੀ ਆਕੜ ਹੈ, ਤੂੰ ਚੁੰਨੀ ਕੁੜੀ ਗੁਲਾਬੀ ਦੀ। ਤੂੰ ਲਾਲੀ ਫੁੱਲ ਕਰੀਰਾਂ ਦੀ, ਤੂੰ ਚਿੱਟਤ ਹੈ ਮਰਗਾਬੀ ਦੀ। ਜੇ ਦਿਲ ਦੇ ਦੁਖੜੇ ਦਿਓਰਾਂ ਤੇ ਬਈ ਸੁਣਦੀ ਹੈ ਗੁੱਤ ਭਾਬੀ ਦੀ। ਗੱਲ ਹੂਰ ਭਰੀ ਪੰਜਾਬੀ ਦੀ, ਗੱਲ ਹੂਰ ਭਰੀ ਪੰਜਾਬੀ ਦੀ। ਤੂੰ ਚਾਦਰਿਆਂ ਦੀ ਆਕੜ ਹੈ, ਤੂੰ ਚੁੰਨੀ ਕੁੜੀ ਗੁਲਾਬੀ ਦੀ। ਤੂੰ ਲਾਲੀ ਫੁੱਲ ਕਰੀਰਾਂ ਦੀ, ਤੂੰ ਚਿੱਟਤ ਹੈ ਮਰਗਾਬੀ ਦੀ। ਕਿ ਦਿਲ ਦੇ ਦੁਖੜੇ ਦਿਓਰਾਂ ਦੇ ਬਈ ਸੁਣਦੀ ਹੈ ਗੁੱਤ ਭਾਬੀ ਦੀ। ਗੱਲ ਹੂਰ ਭਰੀ ਪੰਜਾਬੀ ਦੀ, ਗੱਲ ਹੂਰ ਭਰੀ ਪੰਜਾਬੀ। ਹਰਮਨਜੀਤ ਲਿਖਦਾ ਹੈ, ਸਾਰਿਆਂ ਦਾ ਧੰਨਵਾਦ ਹੈ ਜਿੱਥੇ ਵੀ ਬੈਠੇ ਹੋ। ਮਾਂ ਬੋਲੀ ਦੇ ਇਸ ਦਿਵਸ ਦੀ ਸਾਰਿਆਂ ਨੂੰ ਹੀ ਵਧਾਈ ਹੋਵੇ। ਅਸਲ ਵਧਾਈਆਂ ਇਹ ਕਾਹਦੀਆਂ ਨੇ ਕਿ ਇਹਨੂੰ ਬੋਲਣਾ ਸ਼ੁਰੂ ਕਰੀਏ, ਇਹਨੂੰ ਘਰਾਂ 'ਚ ਜਿਹੜਾ ਛੱਡ ਰਹੇ ਆ ਅਗਲੀ ਪੀੜ੍ਹੀ। ਅਗਲੇ ਹਿੱਸੇ 'ਚ ਗੱਲ ਕਰਦੇ ਆ। ਨਾਲ ਇੱਕ ਬੇਨਤੀ ਹੈ ਕਿ ਕੋਵਿਡ ਦਾ ਜਿਹੜਾ ਇੱਕ ਹੁਣ ਪਤਾ ਨਹੀਂ ਇਹ ਸ਼ਰਾਰਤ ਹੈ, ਇਹ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਦੀ ਚਿੱਗਤ ਹੈ। ਬਿਲ ਗੇਟਸ ਦੀ ਪਿਛਲੇ ਸਾਲ ਵੁਹਾਨ ਤੋਂ ਪਹਿਲਾਂ ਮਹਾਮਾਰੀ ਦੀਆਂ ਗੱਲਾਂ ਕਰਨੀ ਤੇ ਆਪਣੇ ਬਹੁਤ ਅਸਾਸੇ ਇਹਦੇ 'ਚ ਲੈ ਜਾਣੇ ਕਿ ਫਾਰਮਾਸਿਊਟੀਕਲ ਕੰਪਨੀ ਦੇ ਵਿੱਚ ਤੇ ਧਨਵਾਨ ਬੰਦਿਆਂ ਨੇ ਧਨ ਦੀ ਸੋਚਣੀ ਹੈ। ਪਰ ਇਸਨੇ ਸ਼ਲੇਡੇ ਨੇ ਨਵਾਂ ਰੂਪ ਲੈਣ ਦਾ, ਹਰ ਸਾਲ ਨਵਾਂ ਰੂਪ ਲਏਗਾ। ਇਹਨੇ ਹੁਣ ਜਾਣਾ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ, ਇਹਨੂੰ ਸਮਝ ਲਿਓ ਤੁਸੀਂ ਪਲੀਜ਼। ਇਹਨੇ ਇਸ ਤਰ੍ਹਾਂ ਹੀ ਰਹਿਣਾ ਤੇ ਇਹਦੇ ਨਾਲ ਆਪਾਂ ਨੂੰ ਜਿਉਣਾ ਪੈਣਾ। ਤੇ ਇਹਨੇ ਜ਼ਿੰਦਗੀ ਦੀ ਤਰਥੱਲੀ ਮਚਾ ਦਿੱਤੀ। ਹੋਟਲ, ਰੈਸਟੋਰੈਂਟ, ਜਿਹੜੀ ਸਰਵਿਸ ਇੰਡਸਟਰੀ ਤੀ ਉਹ ਤਬਾਹੀ ਦੇ ਕਗਾਰ ਤੇ ਖੜੀ ਹੈ। ਏਅਰਪੋਰਟ ਖਾਲੀ ਪਏ ਨੇ, ਜਹਾਜ਼ ਲੀਜ਼ ਨਹੀਂ ਜਾ ਰਹੀ, ਜਹਾਜ਼ ਖੜੇ ਨੇ। ਤੇ ਇਹਨੇ ਕੀ ਰੂਪ ਲੈਣਾ ਹੋਰ, ਇਹਦੇ ਵਿੱਚੋਂ ਕਿਹਨੇ ਕਮਾਈਆਂ ਕਰਨੀਆਂ ਨੇ, ਕਿਹਨੇ ਇਹਦੇ ਵਿੱਚੋਂ ਉਜਾੜਾ ਹੋਣਾ, ਇਹ ਤਾਂ ਵਕਤ ਦੱਸੇਗਾ। ਪਰ ਮੰਦਾ ਹਾਲ ਬਹੁਤ ਜ਼ਿਆਦਾ। ਹੁਣ
ਜਿਹੜੇ ਆ ਰਹੇ ਨੇ ਕੈਨੇਡਾ 'ਚ ਉਹਨਾਂ ਨੂੰ ਹੋਟਲ ਬੁੱਕ ਕਰਨੇ ਪੈਣੇ ਨੇ $2,000 ਜੇ 5 ਜੀ ਘਰ ਦੇ ਨੇ ਡਾਲਰ 10,000 ਲੱਗਣਾ ਤੇ ਕੋਵਿਡ ਟੈਸਟ ਹੋਊਗਾ ਤੇ ਉਸ ਤੋਂ ਬਾਅਦ ਟੈਸਟ ਜਿਹੜਾ ਅਰਾਈਵ ਕੈਨ ਦਾ ਇੱਕ ਪੋਰਟਲ ਬਣਾਇਆ ਉਹਦੇ ਤੇ ਜਾਣਾ ਉਹਦੇ ਬਾਅਦ ਮਾਸਕ ਪਾਉਣਾ ਘਰੋਂ ਉਹਦੇ ਬਾਅਦ ਨਿਕਲਣਾ ਬਾਰਡਰ ਤੇ ਡਿਪਾਰਚਰ ਤੋਂ ਪਹਿਲਾਂ ਤੁਰਨ ਤੋਂ ਪਹਿਲਾਂ ਕੁਆਰੰਟੀਨ ਪਲਾਨ ਕਰਨਾ 3 ਨਾਈਟ ਦਾ ਹੋਟਲ ਜਿਹੜਾ ਬੁੱਕ ਕਰਨਾ ਤੇ ਡਿਪਾਰਚਰ ਤੋਂ ਪਹਿਲਾਂ ਟੈਸਟ ਕਰਾਉਣਾ ਉਹਦੇ ਬਾਅਦ 72 ਘੰਟੇ ਪਹਿਲਾਂ ਉਹਦੇ ਬਾਅਦ ਅਰਾਈਵ ਕੈਨ ਪੋਰਟਲ ਤੇ ਆਪਣਾ ਨਾਮ ਅਰਾਈਵਲ ਇਨਫੋਰਮੇਸ਼ਨ ਭੇਜਣੀ ਹੈ ਮਾਸਕ ਪਾਉਣਾ ਤੇ ਫਲਾਈਟ ਦੇ ਵਿੱਚ ਜੇ ਕੋਈ ਸਿੰਪਟਮ ਆ ਗਏ ਫਲਾਈਟ ਦੇ ਵਿੱਚ ਜਦੇ ਅਟੈਂਡੈਂਟ ਨੂੰ ਦੱਸਣਾ ਜਦ ਉਤਰ ਗਏ ਬਾਰਡਰ ਤੇ ਪਾਸਪੋਰਟ ਲੈ ਕੇ ਡਾਕੂਮੈਂਟ ਲੈ ਕੇ ਆਉਣਾ ਤੇ ਬਾਰਡਰ ਏਜੰਟ ਪੁੱਛੂਗਾ ਹਾਂ ਵੀ ਦੱਸ ਮਿੱਤਰਾ ਕਿਵੇਂ ਹੈ ਅਰਾਈਵ ਕੈਨ ਦੀ ਰਸੀਦ ਦਿਖਾਉਣੀ ਪੈਣੀ ਹੈ ਫਿਰ ਟੈਸਟ ਹੋਊਗਾ ਤੇ ਜੇ ਸਿੰਪਟਮ ਉਹਦਾ ਜਿਹੜਾ ਨੈਗੇਟਿਵ ਟੈਸਟ ਤੇ ਪੋਜ਼ਿਟਿਵ ਤਾਂ ਬਾਰਡਰ ਅਫੀਸ਼ੀਅਲ ਨੇ ਉਸੇ ਸਮੇਂ ਪਲਾਨ ਕਰਨਾ ਵੀ ਚੱਲ ਗਵਰਨਮੈਂਟ ਵਾਲੀ ਫੈਸਿਲਿਟੀ ਦੇ ਵਿੱਚ ਬਾਕੀ ਹੋਟਲ 'ਚ 3 ਦਿਨ ਰਹਿਣਾ ਪੈਣਾ ਫਿਰ ਤੁਹਾਡੇ ਤੇ ਨਿਗਾਹ ਰੱਖਣਗੇ ਸੋ ਇਸ ਤਰ੍ਹਾਂ ਹੀ ਕੈਨੇਡਾ ਬਾਈ ਲੈਂਡ ਜਦ ਉਤਰਨਾ ਇਸੇ ਤਰ੍ਹਾਂ ਹੀ ਇਹ ਬਹੁਤ ਜਾਣੀ ਇਹ ਮਹਿੰਗਾ ਜਿਵੇਂ ਕੰਮ ਹੈ ਹੁਣ ਜੇ 5 ਜੀਆਂ ਨੇ ਆਉਣਾ ਤਾਂ $10,000 ਦਾ ਉਹਦਾ ਖਰਚਾ ਇਹਦੇ ਲਈ ਭੱਜ ਦੌੜ ਹੋਈ ਬਹੁਤ ਛੇਤੀ ਆਉਣ ਦੀ ਲੋਕਾਂ ਨੇ ਕੋਸ਼ਿਸ਼ ਕੀਤੀ ਹੁਣ ਰਹਿੰਦੀ ਖੂੰਦੀ ਟਰੈਵਲਿੰਗ ਇਹਨੇ ਖਤਮ ਕਰ ਦੇਣੀ 5 ਜਣਿਆਂ ਨੇ ਜਾਣਾ 10,000 ਦੀਆਂ ਟਿਕਟਾਂ 10,000 ਵਾਪਸੀ ਤੇ ਲੱਗਣਾ 20,000 ਰਹਿੰਦਾ ਖੂੰਦਾ ਇਹਨੇ ਬਰਬਾਦੀ ਹੁਣ ਲਿਆਉਣੀ ਹੈ ਤੇ ਉਧਰ ਜਦ ਦਿੱਲੀ ਉਤਰਦੇ ਆ ਉਧਰ ਖੋਹ ਖਿੰਝ ਹੁੰਦੀ ਹੈ ਉਹ ਕਹਿੰਦੇ ਨੇ ਵੀ ਜੇ ਤੈਨੂੰ ਰਾਹ 'ਚ ਹੋ ਗਿਆ ਹੋਵੇ ਫਲਾਈਟ 'ਚ ਟੈਸਟ ਕਰਾਓ ਬਈ ਇੱਧਰ ਆਓ ਲੈਣ ਮੈਂ ਲੱਗੋ ਜੋ ਕਹਿੰਦਾ ਵੀ ਲੈ ਫੜ ਮਾੜੇ ਜੇ ਮੁੱਠੀ ਗਰਮ ਕਰਨਾ ਕਹਿੰਦਾ ਫਿਰ ਸਿੱਧੇ ਨਿਕਲ ਜਾਓ ਆ ਜਾ ਤੈਨੂੰ ਕੱਢ ਕੇ ਆਵਾਂ ਉੱਥੇ ਤਾਂ ਪਹਿਲਾਂ ਹੱਥ ਦੇ ਵਿੱਚ ਗਲਵ ਪਾ ਕੇ ਬੈਠੇ ਨੇ ਕਹਿੰਦੇ ਆ ਜਾਓ ਜਦ ਏਅਰਪੋਰਟ ਤੋਂ ਉੱਤਰ ਜਦ ਜਹਾਜ਼ 'ਚੋਂ ਉਤਰਦੇ ਸੁਰੰਗ ਤੋਂ ਸਾਹਮਣੇ ਜਿਹੜੇ ਖੜੇ ਹੁੰਦੇ ਨੇ ਉਹ ਖੜੇ ਹੁੰਦੇ ਤਾਂ ਸੇਵਾ ਲਈ ਨੇ ਲੈ ਕੇ ਕੁਰਸੀਆਂ ਖੜੇ ਹੋਣਗੇ ਵੀਲ ਚੇਅਰਾਂ ਖੜੇ ਹੋਣਗੇ ਕਾਰਟ ਜੇ ਲਈ ਖੜੇਗੇ ਪਰ ਉਹ ਝਾਕਦੇ ਹੁੰਦੇ ਨੇ ਜਿਵੇਂ PVI ਖੜੀ ਹੁੰਦੀ ਹੈ ਮਤਲਬ ਉਧਰ ਨੂੰ ਜੇ ਉਤਰੋਗੇ ਉੱਥੇ ਵੀ ਇੱਧਰੋਂ ਉਤਰੋਗੇ ਇੱਥੇ ਵੀ ਕਹਾਣੀ ਨਹੀਂ ਹੈ ਇੱਥੇ ਵੀ ਸੌਖਾ ਨਹੀਂ ਉਹ ਇਹ ਹੁਣ ਇਹਦੇ ਨਾਲ ਜਿਉਣਾ ਪੈਣਾ ਇਹਨੇ ਕੀ ਕਰਨਾ ਤੇ ਕੀ ਇਹਦੇ ਵਿੱਚ ਹੋਊਗਾ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਕਦ ਆਪਣੀ ਜ਼ਿੰਦਗੀ ਤੋਂ ਜਾਊਗਾ ਸੌਖਿਆਂ ਨਹੀਂ ਇਹ ਜਾਣਾ ਕਿਉਂਕਿ ਜਾਣ ਨਹੀਂ ਦੇਣਾ ਉਹ ਕਹਿੰਦਾ ਰਜਾਈ ਤਾਂ ਛੱਡ ਦੇਵਾਂ ਰਜਾਈ ਮੈਨੂੰ ਨਹੀਂ ਛੱਡਦੀ ਇਹ ਹੋਣਾ ਜਿਨ੍ਹਾਂ ਦੀ $5-5 $4-4 ਦੀ ਸੀਸੀ ਅੱਜ $50-50 ਦੀ ਵਿਕੂਗੀ ਸਰਕਾਰਾਂ ਨੇ ਇਹਦੇ ਨਾਂ ਤੇ ਰਾਜਨੀਤੀ ਕਰਨੀ ਹੈ ਜਿਨ੍ਹਾਂ ਨੇ ਵਧੀਆ ਵੈਕਸੀਨੇਸ਼ਨ ਕਰ ਲਈ ਉਹ ਜਿੱਤ ਜਾਣਗੇ ਜਿਨ੍ਹਾਂ ਨੇ ਮਾੜੀ ਹੋਈ ਉਹ ਹਾਰ ਜਾਣ ਦੁਨੀਆ ਦੇ ਵਿੱਚ ਖੜੋਤ ਲਿਆਤੀ ਇਹ ਕਦੇ ਵੀ ਕਿਸੇ ਨੇ ਸੋਚਿਆ ਸੀ ਪਿਛਲੇ ਸਾਲ ਆਹ ਦਿਨਾਂ 'ਚ ਬਈ ਕੋਈ ਤਿਆਰੀ ਕਰੀ ਬੈਠਾ ਪੰਜਾਬ ਦੀ ਕੋਈ ਕਿਤੇ ਜਾਣ ਦੀ ਤਿਆਰੀ ਕੀਤੀ ਜਿਉਂ ਵੁਹਾਨ ਦੇ ਵਿੱਚੋਂ ਚੱਲਿਆ ਕੰਮ ਆ ਗਿਆ ਬਈ ਆ ਗਿਆ ਜਿਵੇਂ ਜਾਨੂੰ ਪਤਾ ਲੱਗਿਆ ਹੁਣ ਇਹਦਾ ਵੀ ਜਿਹੜਾ ਵੇਰੀਐਂਟ ਹੈ ਇਹ ਹੁਣ ਸਕੂਲ ਕਿਤੇ ਬੰਦ ਹੋ ਰਹੇ ਕਿਤੇ ਇਹ ਜਾਨੂੰ ਸਾਡੇ ਵਾਲਿਆਂ ਨੇ ਫਲਾਈਟਾਂ ਬੰਦ ਕੀਤੀਆਂ ਕਿਹਾ ਸੀ ਨਾ 72 ਘੰਟੇ ਇੰਗਲੈਂਡ ਦੀਆਂ ਫਲਾਈਟਾਂ ਬੰਦ ਨੇ ਪੱਕੀ ਹੋ ਗਈ ਇਹਨੂੰ ਤੁਸੀਂ ਹੁਣ ਇਸੇ ਤਰ੍ਹਾਂ ਹੀ ਜਿਹੜਾ ਸੋਚ ਕੇ ਚੱਲਣਾ ਜ਼ਿੰਦਗੀ ਦੇ ਵਿੱਚ ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਹੀ ਰਹਿਣਾ ਜਿਵੇਂ ਹਰ ਸਾਲ ਫਲੂ ਹੁੰਦਾ ਫਲੂ ਨਾਲ ਉਦੋਂ ਵੱਧ ਮਰਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਛਿੱਕਾਂ ਲੱਗ ਗਈਆਂ ਤੇ ਜੇ ਤੇ ਉਹਦੇ ਨਾਲ ਵੀ ਬੰਦੇ ਮਰਦੇ ਆ ਇਹਦੇ ਨਾਲ ਵੀ ਹੁਣ ਅਲੱਗ-ਅਲੱਗ ਲੋਕ ਨੇ ਅਲੱਗ-ਅਲੱਗ ਕੁਝ ਡਾਕਟਰ ਕਹਿੰਦੇ ਇਹ ਡਰਾਮਾ ਕੁਝ ਡਾਕਟਰ ਕਹਿੰਦੇ ਨੇ ਨਾ ਮੈਂ ਤਾਂ ਜ਼ੂਮ ਤੇ ਦੇਖਣਾ ਤੂੰ ਮੇਰੇ ਕੋਲ ਨਹੀਂ ਆ ਸਕਦਾ ਬਹੁਤ ਜ਼ਿਆਦਾ ਬੜਾ ਇਹਦਾ ਫਰਕ ਪਾਇਆ ਲੋਕ ਡਰ ਗਏ ਸਾਰਾ ਕੁਝ ਇਹ ਬੰਦ ਹੋ ਗਿਆ ਅੱਛਾ ਜਿਨ੍ਹਾਂ ਨੇ ਇਹਦੇ 'ਚ ਛਿੱਲ ਲਾਉਣੀ ਸੀ ਉਹਨਾਂ ਨੇ ਛਿੱਲ ਲਾ ਲਈ ਇੱਕੋ ਘਰ ਦੇ ਵਿੱਚੋਂ 4 ਕੰਪਨੀਆਂ 4 ਦੇ ਨਾਂ ਤੇ ਅਗਲੇ ਪੌਣੇ $2 ਲੱਖ ਲੈ ਗਏ ਤੇ ਸਰਕਾਰ ਨੂੰ ਕਹਿੰਦੇ ਮੋੜਾਂਗੇ 3 ਸਾਲਾਂ ਬਾਅਦ ਫਿਰ ਦੇਖੀ ਜਾਊ ਜਾ ਉਹ ਵੀ ਨਾਲ ਤੇ ਹੁਣ ਕੱਲ ਨੂੰ
ਆਉਣ ਵਾਲੀਆਂ ਪੀੜ੍ਹੀਆਂ ਜਿਹੜੇ ਫਿਰਦੇ ਆ 10ਵੀਂ 11ਵੀਂ 12ਵੀਂ 'ਚ ਤੁਹਾਡੇ ਇਹਨਾਂ ਨੇ ਜਦ ਖਰਬਾਂ ਦਾ ਕਰਜ਼ਾ ਮੋੜਨਾ ਇਸ ਦੇਸ਼ ਦੇ ਵਿੱਚ ਪਤਾ ਜਦ ਲੱਗਣਾ। ਜਿਹੜਾ ਟ੍ਰਿਲੀਅਨਸ ਆਫ ਡਾਲਰ ਡੈਟ ਹੋਣਾ ਦੇਣਾ ਕਿਹਨੇ ਆ? ਉਹਨਾਂ ਨੇ ਦੇਣਾ ਜਿਹੜੇ ਰਹਿੰਦੇ ਆ। ਲੋਕ ਦੁਨੀਆ ਤੋਂ ਕਿੰਨੇ ਕੌਣਗੇ? ਇਹਨੇ ਇਮੀਗ੍ਰੇਸ਼ਨ ਨੂੰ ਠੱਲ ਪਾ ਦੇਣੀ ਆ ਤੁਹਾਡੇ ਸਾਹਮਣੇ ਆ। ਇਮੀਗ੍ਰੇਸ਼ਨ ਦਾ ਟਾਰਗੇਟ ਨਹੀਂ ਪੂਰਾ ਹੋਣਾ, ਮਿਲੀਅਨ ਬੰਦਾ ਚਾਹੀਦਾ ਆਉਣ ਵਾਲੇ 3 ਸਾਲਾਂ ਦੇ ਵਿੱਚ, ਤਾਂ ਉਹ ਇੱਥੇ ਹੀ ਪੂਰਾ ਹੋਣਾ। ਬਾਹਰੋਂ ਬੜਾ ਇਹਦਾ ਫਰਕ ਪਾਉਣਾ। ਹੁਣ 25,000 27,000 ਪਹਿਲਾਂ ਕੀਤਾ, 40-50,000 2-4 ਮਹੀਨੇ ਤੱਕ ਫੇਰ ਆਜੂ ਲਿਸਟ। ਇਹ ਨਾਲ ਹੀ ਮੈਂ ਤਾਂ ਸੋਚਦਾ ਸੀ ਵੀ ਜੇ 6 ਲੱਖ ਬੰਦਾ ਹੋਰ 2 ਸਾਲਾਂ 'ਚ ਪੱਕਾ ਕਰਨਾ, 30,000 ਦੇ ਹਿਸਾਬ ਦੇ ਨਾਲ 18 ਮਿਲੀਅਨ ਕੰਸਲਟੈਂਟਾਂ ਨੇ ਝੰਡ ਜਾਣਾ। ਉਹ 18 ਮਿਲੀਅਨ ਕਿੱਥੋਂ ਆਉਣਾ? ਪੰਜਾਬ ਦੇ ਘਰਾਂ ਦੇ ਵਿੱਚੋਂ। ਕਿੰਨਾ? 90 ਕਰੋੜ। ਇੱਧਰੋਂ ਬਚਾਉਣੇ ਆ ਬੈਠੇ ਵੀ ਉੱਥੇ ਜ਼ਮੀਨ ਬਚ ਜਾਏ, ਉੱਥੇ ਨੂੰ ਭੇਜੋ 10-20-50 ਡਾਲਰ ਰੋਟੀ ਚੱਲ ਜਾਏ, ਪਰ ਜਿਹੜਾ ਮੁੜ ਕੇ ਉੱਥੋਂ ਇੱਥੇ ਢਿੱਡਾਂ 'ਚ ਪੈਣਾ ਮਗਰ ਮੱਛਾਂ ਦੇ, ਉਹ ਜੇ ਤੁਸੀਂ ਇਮੀਗ੍ਰੇਸ਼ਨ ਦਿੰਦੇ ਹੋ ਟਰੂਡੋ ਸਾਹਿਬ, ਘੱਟੋ ਘੱਟ ਵਰਕ ਪਰਮਿਟ ਓਪਨ ਕਰ ਦਿਓ ਬਈ ਆਹ ਲਓ ਜੀ, ਕੋਈ LMI ਜੇ ਵਾਈ ਦੀ ਲੋੜ ਨਹੀਂ ਹੈ। ਜੇ 100-500 ਦੇ ਪੁਆਇੰਟ ਤੁਸੀਂ ਕਰ ਸਕਦੇ ਹੋ 70, ਫਿਰ ਆ ਗਰੀਬ ਜਵਾਕਾਂ ਦੇ ਪਰਮਿਟ ਵੀ ਓਪਨ ਕਰ ਦਿਓ ਬਈ ਕੋਈ ਇੰਪਲਾਇਰ ਦੀ ਲੋੜ ਨਹੀਂ, ਆ ਲਓ ਓਪਨ ਵਰਕ ਪਰਮਿਟ ਤੇ ਕਰੋ ਕੰਮ ਜਿੱਥੇ ਕਰਦੇ। ਇਹ ਨਹੀਂ ਕਰਨਾ। ਇਹ ਤਾਂ ਹੁਣ ਔਨ 에ਅਰ ਕਿਹਾ ਹੋਇਆ, ਕਹਿੰਦਾ ਮੈਨੂੰ ਪਤਾ ਹੈ ਵੀ ਵਿਕਦੀ ਹੈ। ਇੱਕ ਤਾਂ ਪਹਿਲਾਂ ਮੁੱਕਰੇ ਗਿਆ ਸੀ, ਕਹਿੰਦਾ ਮੈਨੂੰ ਪਤਾ ਹੀ ਨਹੀਂ। ਹੁਣ ਪ੍ਰਧਾਨ ਮੰਤਰੀ ਤਾਂ ਮੰਨ ਕੇ ਗਿਆ ਨਾ ਵੀ ਮੈਨੂੰ ਪਤਾ ਵੀ ਇੱਥੇ LMI ਵਿਕਦੀ ਹੈ। ਫਿਰ ਉਹਨੂੰ ਥੰਮਣਾ ਕਿਹਨੇ ਆ? ਉਹਨਾਂ ਨੂੰ ਬਚਾਉਣ ਵਾਲਿਆਂ ਤਾਂ ਟਿਕਟਾਂ ਦੇ ਦੇ ਕੇ ਮੰਤਰੀ ਸ਼ੰਤਰੀ ਬਣਦੇ ਨੇ ਉਹ। ਤੇ ਫਿਰ ਇਹ ਡਬਲ ਜਿਹੜਾ ਫੇਸ ਹੈ ਇਹ ਕਾਹਦੇ ਲਈ? ਜੇ ਤੁਸੀਂ ਇਮੀਗ੍ਰੇਸ਼ਨ ਦੇ ਰਹੇ ਹੋ, ਹਾਥੀ ਦੇ ਰਹੇ ਹੋ, ਹਾਥੀ ਦੇ ਉੱਪਰ ਤਾਂ ਪਲੰਗ ਢਾਹ ਕੇ ਉੱਪਰ ਬਹਿਣ ਵਾਲੀ ਸਵਾਰੀ ਹੈ। ਉਹ ਤਾਂ ਵਰਕ ਪਰਮਿਟ ਓਪਨ ਕਰ ਦਿਓ। ਜੇ ਹੁਣ 30,000 ਬੰਦਾ ਪੱਕਾ ਕਰਨਾ ਤੇ ਹੋਰ ਕਰਨਾ, ਆਉਣ ਵਾਲੇ 3 ਸਾਲਾਂ ਦੇ ਵਿੱਚ ਮਿਲੀਅਨ ਬੰਦਾ ਪੱਕਾ ਕਰਨਾ, 3 ਲੱਖ ਤੋਂ ਬਿਨਾਂ ਦੇਸ਼ ਸਸਟੇਨ ਨਹੀਂ ਕਰਦਾ, ਦੁਨੀਆ ਤੋਂ ਲਿਆਉਣਾ ਪੈਣਾ, ਦੁਨੀਆ ਦੇ ਵਿੱਚੋਂ ਆਉਣ ਦਾ ਔਖਾ ਹੋ ਜਾਣਾ। ਤੁਹਾਡਾ ਸਿਸਟਮ ਬਾਹਰਲੇ ਬੰਦ ਨੇ, ਅੰਬੈਸੀਆਂ ਕੰਮ ਨਹੀਂ ਕਰ ਰਹੀਆਂ, ਇੱਥੇ ਵਾਲੇ ਪੱਕੇ ਕਰਨੇ ਨੇ। ਬਹੁਤ ਖੁਸ਼ੀ ਦੀ ਗੱਲ ਹੈ, ਇਹਨਾਂ ਨੇ ਵੋਟਾਂ ਤੁਹਾਨੂੰ ਪਾਉਣੀਆਂ ਨੇ ਸਿਟੀਜ਼ਨ ਹੋ ਕੇ। ਘੱਟੋ ਘੱਟ ਉਹਨਾਂ ਦੀ ਖੋਹ ਖਿੰਝ ਤਾਂ ਬੰਦ ਕਰ ਦਿਓ। ਜੇ ਕੋਈ ਫੀਸ ਲੈਣੀ ਆ ਸਰਕਾਰ ਇਹ ਲੈ ਲਵੇ, ਘਰ 4 ਪੈਸੇ ਜਿਹੜੇ 30,000 ਇਹਨਾਂ ਹੁੰਦੇ ਨੇ, ਉਹ 10,000 ਤੁਸੀਂ ਫੀਸ ਰੱਖ ਲਓ। ਤੁਹਾਡੇ ਕੋਲ 5,000 ਉਹ ਤੁਸੀਂ ਫੀਸ ਰੱਖ ਲਓ, ਤੁਹਾਡੇ ਖਜ਼ਾਨੇ 'ਚ ਪੈ ਜਾਵੇ, ਪਰ ਇਹਨਾਂ ਦੀ ਬਰਬਾਦੀ ਤਾਂ ਲੁੱਟ ਜਾਏ। ਇਹ ਵੀ ਰੁਕਣੀ ਚਾਹੀਦੀ। ਮੇਹਰਪ੍ਰੀਤ ਹੋਣੀ ਆਸਟ੍ਰੇਲੀਆ 'ਚ ਬੈਠਿਆ ਕਹਿੰਦੇ ਕਈ ਵਾਰ ਥੱਕ ਜਾਈਦਾ ਕੰਮ ਤੋਂ, ਜਦ ਲੋਕ ਸੱਤ ਸ਼ੁਰੂ ਹੁੰਦੀ ਹੈ ਫਿਰ ਪੱਬਾਂ ਤੇ ਹੋ ਜਾਈਦਾ। ਮੈਂ ਕਿਹਾ ਜਿਹੜੇ ਬਾਹਰ ਕੰਮ ਕਰਦੇ ਆ, ਮੈਂ ਤਾਂ 4 ਘੰਟੇ ਬੋਲਣਾ ਹੀ ਹੈ, ਮੇਰੇ ਕਰਕੇ ਤੁਸੀਂ ਕਾਇਮ ਹੋ ਜਾਂਦੇ ਹੋ, ਮੇਰੇ ਧੰਨ ਭਾਗ ਨੇ। ਹੁਣ ਦੇਵ ਸਿੱਧੂ ਆਪਣਾ ਨੌਜਵਾਨ ਐਬਸਫੋਰਡ ਤੋਂ, ਜਿਹੜਾ ਕਮਿਊਨਿਟੀ ਦੇ ਵਿੱਚ ਕੰਮ ਕਰਦਾ ਹੈ, ਪੰਜਾਬੀ ਪੱਤਰਕਾਰ ਅਖਬਾਰ ਚਲਾਉਂਦਾ ਹੈ, ਤੇ ਉਸ ਤੋਂ ਬਾਅਦ ਪਿਛਲੀਆਂ ਕੌਂਸਲ ਦੀਆਂ ਵੋਟਾਂ ਦੇ ਵੇਲੇ ਕੁਝ ਕੁ ਵੋਟਾਂ ਤੇ ਰਹਿ ਗਿਆ ਸੀ। ਉਹ ਮੇਰੇ ਨਾਲ ਆ ਕਿਉਂਕਿ ਐਬਸਫੋਰਡ ਦੇ ਵਿੱਚ ਸਟੀਵ ਕੌਂਸਲਰ ਜਿਹੜੇ ਬੈਨਮਨ ਸੀ, ਬਰੂਸ ਬੈਨਮਨ ਸੌਰੀ, ਉਹਨਾਂ ਨੇ ਐਬਸਫੋਰਡ ਸਿਟੀ ਕੌਂਸਲ ਦੇ ਕੌਂਸਲਸ਼ਿਪ ਤੋਂ ਅਸਤੀਫਾ ਦਿੱਤਾ ਕਿਉਂਕਿ ਹੁਣ MLA ਬਣ ਗਏ ਹੈ। ਤੇ ਉਸ ਤੋਂ ਬਾਅਦ ਹੁਣ ਐਬਸਫੋਰਡ ਦੇ ਵਿੱਚ ਰਾਜਨੀਤੀ ਨੇ ਗਰਮ ਹੋਣਾ ਹੈ। ਦੇਵ ਸਿੱਧੂ ਹੋਣੀ ਮੇਰੇ ਨਾਲ ਨੇ, ਜਿਹੜੇ ਦੱਸਣਾ ਚਾਹੁੰਦੇ ਨੇ ਕਿ ਉਹ ਬਰੂਸ ਬੈਨਮਨ ਦੇ ਤੋਂ ਬਾਅਦ ਹੁਣ ਹਲੇ ਮੇਰਾ ਖਿਆਲ ਪਤਾ ਤਾਂ ਨਹੀਂ ਲੱਗਿਆ ਵੋਟਾਂ ਕਦ ਪੈਣੀਆਂ ਨੇ, ਪਰ ਦੇਵ ਸਿੱਧੂ ਮੇਰੇ ਨਾਲ ਨੇ। ਦੇਵ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਭਾਈ ਜੀ ਥੈਂਕ ਯੂ ਤੁਹਾਡਾ, ਤੁਸੀਂ ਮੈਨੂੰ ਟਾਈਮ ਦਿੱਤਾ, ਨਾਲੇ ਮੌਕਾ ਦਿੱਤਾ ਆਪਣੇ ਸ਼ੋਅ ਤੇ ਜੀ। ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਿਓ ਜੀ, ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸਿਓ, ਕਿੱਥੇ ਦੇ ਜੰਪ ਵਾਲੋਂ, ਕੀ ਪੜ੍ਹਾਈ ਕੀਤੀ ਤੇ ਕਿੰਨਾ ਚਿਰ ਹੋ ਗਿਆ ਐਬਸਫੋਰਡ 'ਚ? ਠੀਕ ਹੈ, ਹਾਂਜੀ ਬਾਈ ਜੀ। ਸੋ ਮੈਂ ਐਬਸਫੋਰਡ ਦਾ ਜੰਮਿਆ ਪਲਿਆ ਹਾਂ ਜੀ। ਮੈਂ ਇੱਥੇ ਐਬਸਫੋਰਡ ਸੀਨੀਅਰ ਸੈਕੰਡਰੀ ਸਕੂਲ ਤੋਂ 2003 'ਚ ਗ੍ਰੈਜੂਏਟ ਕੀਤਾ ਸੀ। ਉਸ ਤੋਂ ਬਾਅਦ ਆਪਾਂ ਗਏ ਸੀ ਇੰਡੀਆ ਪੜ੍ਹਨ ਡੈਂਟਿਸਟਰੀ ਬੰਗਲੌਰ 'ਚ ਜੀ। ਉੱਥੇ ਜਦੋਂ ਫਿਰ ਵਾਪਸ ਆਏ, ਆਪਣਾ ਫੈਮਿਲੀ ਦਾ ਬਿਜ਼ਨਸ ਹੈ, ਪੰਜਾਬੀ ਪੱਤਰਕਾਰ ਕਮਿਊਨਿਟੀ ਪੇਪਰ ਆਪਣੇ ਇਹਦੇ ਐਬਸਫੋਰਡ 24 ਸਾਲ ਹੋ ਗਏ ਹੁਣ ਆਪਣੀ ਐਬਸਫੋਰਡ 'ਚ ਜੀ। ਸੋ ਉਹਦੇ ਨਾਲ ਜਦੋਂ ਆਪਣੀ ਪਿਆਰ ਵੀ ਬਹੁਤ ਹੈ, ਕਨੈਕਸ਼ਨ ਵੀ ਬਹੁਤ ਹੈ ਜੀ ਆਪਣੇ ਕਿਹੜੇ ਭਾਈਚਾਰੇ ਇੱਥੇ ਐਬਸਫੋਰਡ। ਉੱਥੋਂ ਥੋੜ੍ਹਾ ਜਿਹਾ ਆਪਣਾ ਕਿਵੇਂ ਇਲੈਕਸ਼ਨ ਪੋਲੀਟਿਕਸ ਥੋੜ੍ਹੀ ਜਿਹੀ ਡਾਇਰੈਕਸ਼ਨ ਆਪਾਂ ਚਲੇ ਗਏ ਸੀ ਜੀ। ਸੋ 2018 'ਚ ਮੈਂ ਖੜਿਆ ਸੀ ਸਿਟੀ ਕਾਉਂਸਲ ਵਾਸਤੇ ਇੱਥੇ ਐਬਸਫੋਰਡ।
ਐਂਡ ਆਪਾਂ ਨੂੰ ਬਹੁਤ ਪਿਆਰ ਮਿਲਿਆ ਆਪਣੇ ਭਾਈਚਾਰੇ ਤੋਂ ਬਹੁਤ ਬੰਦਿਆਂ ਨੂੰ ਆਪਣੇ ਨਾਲ ਵੀ ਖੜੇ ਸੀ ਆਪਾਂ 12,000 ਵੋਟ ਉੱਤੇ ਲੈ ਗਏ ਸੀ ਥੋੜੇ ਵੋਟ ਨਾਲ ਹਾਰ ਗਏ ਸੀ ਜੀ ਐਂਡ ਉਦੋਂ ਜਦੋਂ ਅਕਤੂਬਰ 20 ਤਰੀਕ ਸੀ 2 ਸਾਲ ਰਫਲੀ 2 ਸਾਲ ਵੀ ਹੋ ਗਏ ਆ ਜੀ ਜਦੋਂ ਇਲੈਕਸ਼ਨ ਸੀ ਇੱਕ ਆਂਟੀ ਦਾ ਫੋਨ ਆਇਆ ਉਦੋਂ ਸ਼ਾਮ ਨੂੰ ਆਂਟੀ ਨੇ ਮੈਨੂੰ ਇੱਕ ਗੱਲ ਦੱਸੀ ਉਹਨੂੰ ਦਿਲ ਨੂੰ ਬਹੁਤ ਲੱਗਿਆ ਜੀ ਉਹ ਕਹਿੰਦੀ ਪੁੱਤ ਤੂੰ ਚਲੋ ਇਲੈਕਸ਼ਨ ਇਸ ਵਾਰੀ ਨਹੀਂ ਬਣਿਆ ਤੂੰ ਸਿਟੀ ਕਾਉਂਸਲਰ ਪਰ ਤੂੰ ਜਿੱਤਿਆ ਪਿਆ ਤੂੰ ਹੁਣ ਨਾ ਰੋਕੀ ਕੰਮ ਕਰੀ ਜਾਈਂ ਉਹ ਕਿਹੜੀ ਆਂਟੀ ਨੇ ਮੈਨੂੰ ਉਹ ਗੱਲ ਦੱਸੀ ਉਦੋਂ ਜਦੋਂ ਇਲੈਕਸ਼ਨ ਦੇ ਰਿਜ਼ਲਟ ਆਏ ਆਫ ਕੋਰਸ ਥੋੜਾ ਜਿਹਾ ਡਿਪਰੈਸਡ ਸੀ ਚਲੋ ਨਹੀਂ ਬਣਿਆ ਇਸ ਵਾਰੀ ਉਹ ਆਂਟੀ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਫਿਰ ਆਪਾਂ ਹੁਣ ਰੋਕਣਾ ਨਹੀਂ ਹੁਣ ਕੰਮ ਕਰੀ ਜਾਣਾ ਆਪਣੇ ਕਮਿਊਨਿਟੀ ਵਾਸਤੇ ਕਰੀ ਵੀ ਜਾਂਦੇ ਆ ਜੀ ਕਿਹੜੇ ਆਪਣੇ ਬਜ਼ੁਰਗਾਂ ਦੇ ਪਾਰਕ ਵਾਸਤੇ ਸ਼ੈਲਟਰ ਕ੍ਰਾਸ ਵਾਕ ਉਹ 2 ਸਾਲ ਹੋ ਗਏ ਆਪਣੇ ਸਿਟੀ ਨੂੰ ਜਾ ਕੇ ਜਿਹੜੇ ਹੈਗੇ ਬੰਦੇ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਆ ਪਟੀਸ਼ਨ ਸਾਈਨ ਕਰਕੇ ਉਹ ਹੌਲੀ ਹੌਲੀ ਕੰਮ ਵੀ ਹੋਈ ਜਾਂਦਾ ਹੈ ਜੀ ਸਕੂਲਾਂ ਵਾਸਤੇ ਆਪਣੇ ਕਿੱਥੇ ਐਬਸਫੋਰਡ ਟ੍ਰੈਡੀਸ਼ਨਲ ਸਕੂਲ ਤੇ ਓਕੋ MLA ਉਹਨੂੰ ਜਾ ਕੇ ਮਿਲੇ ਕਿ ਆਪਾਂ ਉਹਦਾ ਵੀ ਕੀਤਾ ਵੀ ਕੰਮ ਟਰੱਕ ਆਪਣੇ ਕਿਹੜੇ ਭਰਾ ਟਰੱਕ ਚਲਾਉਂਦੇ ਆ ਕਿਵੇਂ ਕਰ ਸਕਦੇ ਕਿਵੇਂ ਵਰਕਿੰਗ ਮਿਲ ਸਕਦੀ ਹੈ ਕਿਵੇਂ ਨਹੀਂ ਪਿਛਲੀ 2 ਮਹੀਨੇ ਹੀ ਹੋਈ ਆਪਣੇ ਇੱਥੇ ਆਰਚਵੇ ਕਮਿਊਨਿਟੀ ਸਰਵਿਸ ਨਾਲ ਆਪਾਂ ਪਹਿਲੀ ਸੇਵਾ ਪੈਂਟਰੀ ਕਿਹੜਾ ਹੈਗਾ ਜੀ ਆਪਣੇ ਕੌਮ ਵਾਸਤੇ ਗਰੋਸਰੀ ਮਿਲਕ ਸੋ ਇਹ ਆਪਣਾ ਪਿਆਰ ਹੀ ਹੈ ਇੰਨਾ ਆਪਣੇ ਭਾਈਚਾਰੇ ਨੂੰ ਆਪਾਂ ਨੂੰ ਦਿੰਦੇ ਆ ਫਿਰ ਆਪਾਂ ਬੈਠ ਕੇ ਉਹਨੂੰ ਨਹੀਂ ਦੇਣਾ ਜੀ ਯੈਸ ਜੇ ਤੁਸੀਂ ਜਦ ਆਪਾਂ ਫੰਡ ਰੇਜ਼ਿੰਗ ਕੀਤਾ ਬਹੁਤ ਕੰਮ ਕੀਤਾ ਸਾਡੇ ਨਾਲ ਵੀ ਰੇਡੀਓ ਸ਼ੇਰੇ ਪੰਜਾਬ ਨਾਲ ਆਪਣਾ ਦਫ਼ਤਰ ਦੇ ਕੇ ਰੱਖਿਆ ਧੰਨਵਾਦ ਹੈ ਅੱਛਾ ਹੁਣ ਸਿਟੀ ਹਾਲ ਦੇ ਵਿੱਚ ਮੇਅਰ ਦੇ ਨਾਲ ਕਿਹੜੀ ਪਾਰਟੀ ਹੈ ਜਿਹਦੇ ਜ਼ਿਆਦਾ ਕਾਉਂਸਲਰ ਨੇ ਜੀ ਤੁਸੀਂ ਕਿਹੜੀ ਪਾਰਟੀ ਤੋਂ ਲੜੇ ਸੀ ਸੋ ਜੀ ਮੇਅਰ ਦੇ ਨਾਲ ਤਾਂ ਉਹ ਪਾਰਟੀ ਹੈ ਨਹੀਂ ਮੇਅਰ ਇੰਡੀਪੈਂਡੈਂਟ ਹੀ ਆ ਬਟ ਆਪਾਂ ਲੜੇ ਸੀ ਐਬਸਫੋਰਡ ਫਰਸਟ ਦੇ ਨਾਲ ਜੀ ਸੋ ਉਹ 4 ਕਾਉਂਸਲਰ ਆ ਪ੍ਰੈਜ਼ੈਂਟਲੀ ਸਿਟੀ ਹਾਲ ਤੇ ਜੀ ਹਾਂਜੀ ਸੋ ਐਸ ਆਪਾਂ ਜਿਹੜਾ ਟੋਟਲ 8 ਨੇ ਕਾਉਂਸਲਰ ਹਾਂਜੀ ਹਾਂਜੀ ਟੋਟਲ 8 ਅੱਛਾ ਪਿਛਲੀ ਵਾਰੀ ਆਪਾਂ 2 ਸਾਲ ਲਗਭਗ ਹੋ ਗਏ ਤੇ ਹੁਣ 22 ਦੇ ਵਿੱਚ ਦੁਬਾਰਾ ਫੇਰ ਮੇਰੇ ਖਿਆਲ ਵੋਟਾਂ ਮੇਨ ਪੈਣੀਆਂ ਉਦੋਂ ਪਹਿਲਾਂ ਬਰੂਸ ਉਹਨਾਂ ਦੇ ਰਿਜ਼ਾਈਨ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਇਹ ਡਿਕਲੇਅਰ ਹੋਏਗਾ ਹਲੇ ਦੇ ਤਰੀਕ ਤਾਂ ਹੈ ਨਹੀਂ ਪਿਛਲੇ 2 ਸਾਲਾਂ ਦੇ ਵਿੱਚ ਹੋਰ ਖਾਸ ਜਿਹੜੇ ਕੰਮ ਕਮਿਊਨਿਟੀ ਲਈ ਕੀਤੇ ਉਹ ਕਿਹੜੇ ਕਿਹੜੇ ਨੇ ਸੋ ਉਹ ਜੀ ਆਪਾਂ ਮੇਨ ਮੇਰੇ ਕੀ ਕੰਮ ਕੀਤੇ ਹੋਏ ਸੀ ਜਦੋਂ ਆਪਾਂ ਖੜੇ ਸੀ ਆਪਣੇ ਬਜ਼ੁਰਗ ਅੰਕਲ ਇੱਥੇ ਸਵੈਨਸਨ ਪਾਰਕ ਆਲਡਰਗ੍ਰੋਵ ਚ ਜੀ ਉੱਥੇ ਵੀ ਨਾਲੇ ਵੈਸਟ ਐਬਸਫੋਰਡ ਰਿਕ ਹੈਂਸਨ ਆਪਣੇ ਬਜ਼ੁਰਗ ਕਹਿੰਦੇ ਸੀ ਅਸੀਂ ਇੱਥੇ ਸਪੇਸ ਹੈ ਨਹੀਂ ਆਪਾਂ ਨੂੰ ਬਹਿਣ ਨੂੰ ਸ਼ੈਲਟਰ ਹੈ ਨਹੀਂ ਜਦੋਂ ਆਪਣੇ ਜਵਾਕਾਂ ਜਾਂਦੇ ਆ ਪਾਰਕ ਚ ਖੇਡ ਨੂੰ ਸੋ ਉਹ ਆਪਾਂ ਹੌਲੀ ਹੌਲੀ ਏਜੰਡਾ ਤੇ ਆਈਟਮ ਲੈ ਆਏ ਅਸੀਂ ਰਾਈਟ ਹੁਣ ਟਾਈਮ ਤਾਂ ਉਹਨੇ ਦੱਸੇ ਨਹੀਂ ਮੈਨੂੰ ਲੱਗਦਾ ਹਜੇ 2 ਸਾਲ ਲੱਗਣੇ ਆ ਤੁਹਾਨੂੰ ਪਤਾ ਜਦੋਂ ਕੰਮ ਬਹੁਤ ਹੁੰਦਾ ਜੀ ਹੌਲੀ ਹੌਲੀ ਹੁੰਦਾ ਇੱਥੇ ਸੋ ਉਹ ਆਪਣੇ ਕਮਿਊਨਿਟੀ ਵਾਸਤੇ ਜੀ ਜਦੋਂ ਆਪਣੇ ਬਜ਼ੁਰਗ ਜਾਂਦੇ ਆ ਜਵਾਕ ਉੱਥੇ ਖੇਡਦੇ ਆ ਉਹ ਸਪੇਸ ਹੋਵੇ ਵਾਸ਼ਰੂਮ ਹੋਵੇ ਉਹ ਵੀ ਕੰਮ ਆਪਾਂ ਕਰੀ ਜਾਂਦੇ ਆ ਰਾਈਟ ਦੂਜਾ ਮੇਨ ਕੰਮ ਆਪਾਂ ਕੀਤਾ ਕਿਵੇਂ ਤੁਹਾਨੂੰ ਦੱਸਦਾ ਸੀ ਸੇਵਾ ਪੈਂਟਰੀ ਦੇ ਨਾਲ ਕਿੱਥੇ ਹੁਣ ਕੋਵਿਡ ਦਾ ਟਾਈਮ ਆਪਣਾ ਗੁਰਦੁਆਰੇ ਸਾਹਿਬ ਸਾਰੇ ਬੰਦ ਕੀਤੇ ਹੋਏ ਲੰਗਰ ਬਾਹਲਾ ਉੱਥੇ ਮਿਲਦਾ ਨਹੀਂ ਬੰਦਿਆਂ ਨੂੰ ਜਦੋਂ ਨੀਡ ਉਹ ਕੁਛ ਚਾਹੀਦਾ ਲੈਣ ਨੂੰ ਗਰੋਸਰੀ ਹੁਣ ਜਾ ਸਕਦੇ ਆਰਚਵੇ ਉਹ ਸਾਰੇ ਦਾਲਾਂ ਆਟਾ ਸਾਰਾ ਕੁਛ ਉੱਥੇ ਰੱਖਿਆ ਹੋਇਆ ਤੇ ਉਹ ਬੰਦਾ ਫੋਨ ਕਰਕੇ ਚੱਕ ਕੇ ਲੈ ਜਾਂਦਾ ਉਹੀ ਹੈ ਜੀ ਸੋ ਇਹ ਹੋਰ ਵੀ ਆਪਾਂ ਕੰਮ ਕਰੀ ਜਾਂਦੇ ਆ ਕਿ ਕਿਵੇਂ ਜਦੋਂ ਆਉਂਦੇ ਆ ਬੰਦੇ ਤੇ ਹਾਂ ਇਹ ਇਸ਼ੂ ਆ ਸਿਟੀ ਹਾਲ ਦੇ ਅਸੀਂ ਉੱਥੇ ਕੁਛ ਮਿਲਦੇ ਨਹੀਂ ਫੋਨ ਹੀ ਚੱਕਦੇ ਈਮੇਲ ਨਹੀਂ ਰਿਸਪੌਂਡ ਕਰਦੇ ਸੋ ਆਪਾਂ ਉਹ ਕੰਮ ਹੌਲੀ ਹੌਲੀ ਟਰਾਈ ਕਰੀ ਜਾਂਦੇ ਆ ਕਿਹੜੇ ਬਾਹਰੋਂ ਕਿਹੜਾ ਆਪਾਂ ਕੰਮ ਕਰ ਸਕਦੇ ਕਰੀ ਜਾਂਦੇ ਆ ਕਰੀ ਵੀ ਜਾਣਾ ਹੈ that email ਭੇਜ ਕੇ ਹਾਂਜੀ ਆਹ ਇਸ਼ੂ ਆਪਣੇ ਟਾਊਨ ਚ ਬੰਦੇ ਨੇ ਇੱਥੇ ਟਰੱਕ ਲਾਉਣੇ ਆ 1-2 ਲਾ ਲੈਂਦੇ ਹੋ ਤੁਸੀਂ ਏਦਾਂ ਗੱਲ ਆਪਾਂ ਕਰੀ ਜਾਂਦੇ ਆ ਜੀ ਅੱਛਾ ਹਲੇ ਡੇਟ ਪਤਾ ਲੱਗੀ ਹੈ ਜੀ ਕਦ ਵੋਟਾਂ ਪੈਣੀਆਂ ਨਹੀਂ ਬਾਈ ਜੀ ਹਜੇ ਡੇਟ ਆਪਾਂ ਨੂੰ ਪਤਾ ਨਹੀਂ ਲੱਗਿਆ ਫਰਾਈਡੇ Thursday ਮੈਨੂੰ ਲੱਗਦਾ ਬਰੂਸ ਬੈਨਮਨ ਨੇ ਰਿਜ਼ਾਈਨ ਹੋਇਆ ਫਰਾਈਡੇ ਆਪਣਾ ਪ੍ਰੈਸ ਰਿਲੀਜ਼ ਤੇ ਨਿਕਲਿਆ ਸਿਟੀ ਤੋਂ ਕਹਿੰਦੇ ਬਾਈ ਇਲੈਕਸ਼ਨ ਹੋਊਗਾ ਡੇਟ ਆਪਾਂ ਨੂੰ ਹਜੇ ਪਤਾ ਨਹੀਂ
इधर मिशन दी मैनू लगता अप्रैल 24 तरीक आई एम नॉट श्योर उदों हो गए अप्रैल मई च मैनू लगता है। ओके ते अपने हुण तुसीं ऑफिशियली अपनी कैंडीडेसी डिक्लेयर करती जी? हाँ जी अज ही करनी है जी तुहाडे नाल ही जी। हाँ जी अज आपां ऑफिशियली कहता हाँ जी आपां इह काउंसल सीट वास्ते लड़ाई करनी है जी। हाँ जी शुभ शामा तुहानू आउण वाले समय दे विच गलबात हुंदी रहेगी। कम्यूनिटी दे विच काम करना कम्यूनिटी दे विच रहना हर वक्त बहुत जरूरी है। हारां जित्तां जिहड़ियां जिंदगी दे विच राजनीति दीयां तंग तुहानू करदियां ने तुहाडे जिहड़ी तुसीं सुजैशन दस्सी है जां तुसीं एक बार हारदे हो दुखी हुंदे हो पर जद कम्यूनिटी लई तुसीं काम करना है कई बार ये भी नहीं हुंदा भी उहदा रुतबे दे नाल ही काम हुंदा है। तो कम्यूनिटी दे लई काम करना बड़ा जरूरी है। शुभ शामा तुहानू ते आउण वाले दिनां दे विच फिर तुहाडे नाल गलबात हुंदी रहूगी। प्लेटफार्म की प्रायोरिटी की है कैंपेन किवें चलदी है होर भी जिहड़े कैंडीडेट कम्यूनिटी चों आउणगे सारिआं नूं आपां समां देवांगे सारे अपनी गलबात करनगे। बेस्ट विशेस। थैंक यू सो मच जी। सत श्री अकाल बाय जी। सिद्धू जिन्हां ने अपनी कैंडीडेसी डिक्लेयर की है पंजाबी पत्रकार जिवें दस्सिया 24 वरे हो गए उन्हां नूं सर्व करदिआं नूं। सिद्धू फैमिली कैसल कम्यूनिटी दे विच बहुत काम करदी है जिहड़ां दी पंजाब दा जीवन ते इत्थे दा जीवन सारा सिद्धू ने भाईचारे दा सभ्याचार दा बहुत पता है। हंबल है साऊ है ते कम्यूनिटी लई काम करन दा एक जज्बा है। पूरा ग्रुप बहुत वधिया आले दुआले मुंडे ने जैग खंगूड़े अगे बावे उनी सोहना यह 7-8 मुंडिਆਂ ਦਾ ग्रुप है जिहड़े लगे रहिंदे प्रशादा पानी दा जिहड़ा हुण ग्रोसरी दा घर घर पहुंचाउंदे रहे ने कोविड दे समय जिन्हां स्टूडेंट्स नूं पता लग्या। ते होर भी एक बार तुहानूं पता है बच्चियां आईयां सी अपने शो दे विच जिहड़ियां कैंप्स लाउण गईयां रायकोट जगराऊं दे एरिया दे विच जिहड़ा धीआं ध्याणियां दे लई ओह कैंप सी ओह भी इनीशिएट इत्थों कीता सी। शुभ शामा ने होर भी जिहड़े भी कैंडीडेट आउणगे उन्हां नाल भी आपां पंजाब भाईचारे चों उन्हां नाल भी गल करांगे। मेन स्ट्रीम दे भी जिहड़े आउणा चाहुणगे उन्हां नाल भी गल। राजनीति बहुत वधिया राजनीति माड़ी नहीं राजनीति दे राही तुसीं सेवा करदे पर जब राजनीति गलत बंदे खेलते हैं ना वो बहुत हृदय वेदक और इत्ते कम्यूनिटी नूं ना एक्शन करना चाहिए। जब कम्यूनिटी ना इत्ते काम नहीं करती तो चल कोई ना ये नहीं है। जब तुसीं इहदे ते एक्ट नहीं करना कि राजनीतिक वधिया बंदे कौन चाहिए कम्यूनिटी दे और यह जब इस तरह हो जाए भी फलाने दे कीते ही होना फलाना ही करो। अब पिछले दिन ही एबसफोर्ड दे विच जिहड़ी सीट है जिथे जती सिद्धू होनी हारे आ वो हारे आ हले उन्होंने कहा नहीं भी असी जिहड़ा रिजाइन करना जां मैं नहीं खेलना। उत्थे सरी वाले चल पे 2 जणियां नूं बस्ता बिठाता एक डिवेलपर है उन्हां दी बेटी नूं लैके दी गल करन लग गया। दूजा बंदा जिहड़ा है इक्को ही घर तो तुरे ओह होर बंदियां दी भाल करन लग गया स्पोर्ट्स इक्को ही घर च। ये क्यों तुसी इस तरह करदे क्यों सारे नहीं करदे हो तुसी और किते लुकदी आ गल दूजे दिन पता लग जांदी। एक जने तो तुसी दावा करा रहे हो बेचारा बंदा बधाइयां दे रहा कम्यूनिटी दे विच बई अपनी बेटी इत्थों लड़ूगी बहुत वधिया हो गया ते सेम दूजा बस्ता चक्कण वाला है ਉਹਨੂੰ बिठा के भेजता कम्यूनिटी ਦੇ ਵਿੱਚ ਹੋਰ ਬੰਦਿਆਂ ਕੋਲ ਡੇਵ ਨੂੰ ਵੀ ਕੀਤਾ ਟਰਾਈ ਜਾ ਕੇ ਟਰਾਈ ਤੂੰ ਖੜ ਜਾ ਐਮਪੀ ਤੈਨੂੰ ਅਕਲੇਮ ਕਰਾ ਦਾਂਗੇ। ਕਿਵੇਂ ਅਕਲੇਮ ਕਰਾ ਦੋਗੇ ਤੁਸੀਂ ਬਿਨਾਂ ਨੋਮੀਨੇਸ਼ਨ? ਮਤਲਬ ਤੁਸੀਂ ਮੈਨੂੰ ਯਾਦ ਹੈ ਜਦ ਜੋ ਬੋਲਪੇ ਦੇ ਸਮੇਂ ਜੋ ਬੋਲਪੇ ਇੱਕੋ ਹੀ ਦਿਨ ਜੋ ਬੋਲਪੇ ਨੂੰ ਇੱਕ ਜਣਾ ਕਰਾ ਰਿਹਾ ਬਾਰਬੀਕਿਊ ਦੇਖਿਆ ਇਗਨੈਟੀਐਫ ਨੂੰ ਇੱਕ ਜਣਾ ਕਰਾ ਰਿਹਾ ਇੱਕੋ ਹੀ ਗਰੁੱਪ। तो ये गंद जद पाने असी राजनीति दे विच इहदा कोई अंत होना चाहिए। पहली तो गल सरी दे बंदियां दा एबसफोर्ड दे विच जाके मतलब ये है नहीं तुसीं अपने शहर च काम कर लो अपने शहर च तुहाडा मुकदा नहीं काम तुसीं दूजे शहर च जाके असीं खड़ावांगे असीं ये करांगे असीं जिहड़े जिहड़े खड़ाए ने हुण तक जित्तिया है कोई हुण 6-7 खड़ा के हटे सी BC लिबरल वालों 7 ही हार गए 6-7 लै बर्नबी तो सरी तक इत्थे भी खड़ाऊं मैं आ भी करांगे असीं इत्थे भी खड़ावां नहीं जित सके।
राजनीति करो, जिहड़ा पोर्टफोलियो मिलिया ਉਹਦੇ ਤੇ ਧਿਆਨ ਦੇ ਕੇ ਕੰਮ ਕਰੋ जिन्ना कर सकते। और खासम खास लैफ्ट ते राइट दो बंदे बिठाते, एक जना एक नाल तुरिया फिरदा, दूजा दूजे बंदे नाल तोड़ता, तू वो फलाने बंदे नूं कर। सो इस तरह की काहदे लई राजनीति करते हैं ते सानू पता होना चाहिए भी हर जगह हुण लिबरल दी लीडरशिप चलनी है। हो गया शुरू फोन, चल ओकनागन नूं फोन, असीं इहदे नाल खड़े आ, तुसीं किहदे नाल खड़े हो दस। कैवन फाल्कन नूं असीं बनाउणा है ते बाकी तां मेयर साहिबां बना देणियां मेयर बाकी सिटी दी। और तुसीं मतलब उन्नी बंदा गल करे जिन्नी तुसीं कर सकदे। हुण कोई किसी दे कहे ते नहीं तोड़दा, नाले बेनती कर अपना ग्रुप फॉर्म करो, अपना अपना काम करो, अपना अपने जिहड़े बंदे आ अपना ग्रुप कम्यूनिटी दा जिहड़ा करो पैदा करो। तुसीं आप किसी नूं एंडोर्स करो, एटलीस्ट तुहाडा नाम तां होवे, पैसे तुहाडे, एंडोर्समेंट अपना कोई ना करो। 5 जने 7 जने 10 जने कमेटी च एक्टिव ने, वो अपना ग्रुप तैयार करो। आप जिहड़ा कोई बंदे नूं एंडोर्स करना खुद करो ते उहदे नाल फर्स्ट हैंड मीटिंग करो। ये बहुत एक माड़ी पिरत जिहड़ी पै गई कम्यूनिटी दे विच, फलाणे नाल असीं फलाणे, तुहाडे सिरां तो लोग राजनीति करदे आ, पैसे तुहाडे, जेबां तुहाडीआं ते राजनीति साडी। नाले 5-4 दिन घूमे आओ, नाले रह आओ, नाले पैसे ले आओ ते नाले राजनीति कर लो। हुण पता नहीं किने किने खड़ना अगली जिहड़ी लिबरल लीडरशिप आउंदी है, पर रौला जिहड़ा पै रिहा भी वड्डे बंदे विचों हट गए, टॉर्स्टोन हट गया, मैं नहीं करना, डायन वार्ड्स उहनां दी गल चल रही है, उहनां नूं तां फिर असीं होण वालीआं वोटां जिहड़ियां पै के हटियां MLA ਦੀਆਂ ਉਹਦੇ ਚ डायन वार्ड्स ਨੂੰ ਤਾਂ ਫਿਰ ਆਪਾਂ ਮੇਅਰ ਬਣਾ ਦਾਂਗੇ। आप तो MLA बन जाओ, तुसीं किहनूं ते हुण अगलियां तैयारियां MP ਦੀਆਂ वोटां पैणियां ने, ਇਹਨੂੰ ਇੱਥੇ ਖੜਾ ਲਓ, ਇਹਨੂੰ ਇੱਥੇ ਕਰ ਦਿਓ। गंदी जब तुसीं राजनीति करदे हो, भला एबसपोर्ट ਦੇ ਵਿੱਚ सरी ਦੇ ਬੰਦਿਆਂ ਦਾ ਕੀ ਕੰਮ ਆ ਜਾ ਕੇ ਰਾਜਨੀਤੀ ਕਰਨ। ਤੁਸੀਂ 2 ਬੰਦੇ ਜਿਹੜੇ ਤੁਹਾਡੇ ਲੈਫਟ ਤੇ ਰਾਈਟ ਨੇ, ਉਹਨਾਂ ਨੂੰ 2 ਬੰਦਿਆਂ ਨੂੰ ਡਿਊਟੀਆਂ ਲਾਉਂਦੇ ਹੋ, ਇੱਕ ਜਗ੍ਹਾ ਦੋਨੇ ਪਾਸੇ ਧੋਖਾ ਕਰ ਰਹੇ ਹੋ। ਕਿਵੇਂ ਹੋ ਸਕਦਾ? बस्ता चक्कण वाला बंदा जिहड़ा है वो एक नाल बिठाता, दूजा दूजे नाल बिठाता, ते 2 बंदे 2 अलग अलग उम्मीदवारों लई फिरदे आ, ते जिहड़ा उत्थे हारिया उहने हले तक दस्सिया नहीं कि मैं खड़ना जां नहीं खड़ना। एक होर काम सिटी ऑफ सरी दी गल मैं करनी चाहुंदा लोकां दे नाल। पहली कौंसल ने 18 तो पहला, डग मकल्लों तो पहला, डायन वार्ड्स लिंडा हैपनर समय एक सरी डिवेलपमेंट कॉरपोरेशन बनी है SDC, और एक नवा तजर्बा किया सी इन्हां ने सरी फस्ट वालियां ने। कंपनी एक डिवेलपमेंट कॉरपोरेशन बना ली, ਉਹਦੇ CEO बन गए जी, ਉਹਦੇ ਇਹ बन गए। ਉਹਦੇ ਬਾਅਦ ਹੁਣ 2 ਸਾਲ ਮੇਅਰ ਡਗ ਮਕੱਲਮ ਨੂੰ ਵੀ ਹੋ ਗਏ। ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਸਰੀ ਦੇ ਲੋਕਾਂ ਨੂੰ ਕਿਉਂ ਨਹੀਂ ਬਈ ਦੱਸਦੇ ਵੀ ਇਹਦੇ ਕਿੰਨੇ ਪ੍ਰੋਜੈਕਟ ਕੀਤੇ, किन्ना ਇਹਦੇ ਕੋਲ राशि है, किन्नी ਇਹਨੇ ਕਿਹੜੇ ਬੰਦੇ ਨੇ ਰੀਅਲ एस्टेट बेची, किहने खरीदी, किहड़े प्रोजेक्ट कीते, किन्नी ਇਹ ਚੋਂ कमाई हुई, कित्थे पैसे गए, किहनूं किहड़ियां चैरिटीज़ ਨੂੰ ਇਹਨੇ पैसे दिते, की होया। सरी ਦੇ ਲੋਕਾਂ ਦਾ पैसा सरी। पहली ਤਾਂ ਗੱਲ ਇੱਕ ਜਿਹੜੀ ਕੌਂਸਲ ਹੈ ਉਹਨੂੰ ਲੋੜ ਹੀ ਨਹੀਂ ਡਿਵੈਲਪਮੈਂਟ 'ਚ ਪੈਣ ਦੀ। ਤੁਸੀਂ ਬਾਹਰੋਂ ਡਿਵੈਲਪਰ ਸੱਦ ਕੇ ਸਿਟੀ ਨੂੰ, ਅੱਛਾ सेम टोकन 100 मिलियन का जब दफ्तर बनाया उस समय कहते जी असीं दुनिया के भर के डिवेलपरां नूं सरी च इनवाइट कर रहे हैं, वो इत्थे आके होटल मोटल बनाउणगे ते मल्टी स्टोरीज बनाउणगे। सेम टोकन ते तुसीं उत्थे सरी डिवेलपमेंट कारपोरेशन शुरू की हुई है, ਉਹਦੇ ਚ ਬੰਦੇ, ਉਹਦੇ ਚ CEO जी होणगे, ਉਹਦੇ ਚ ਹੁਣ ਕਿਹੜੀਆਂ ਕੰਪਨੀਆਂ ਤੇ ਬੰਦੇ, ਕਿਹੜੀਆਂ ਕੰਪਨੀਆਂ ਉਹ ਚ ਡਾਇਰੈਕਟ ਇਨਵੋਲਵ ਸੀ, ਇਹਦਾ ਕੌਣ ਦੱਸੂਗਾ। होने वाली कौंसल ने भी 2.25 साल हो गए, अक्तूबर 2018 के बने हुए, ये भी चुप गड़ुप बैठे, ये भी नहीं दसते कुछ। भाई वो ठीक है बंद करती, पर वो धन वह कित्थे आ, पैसे कित्थे ने, वो प्रोजेक्ट किहड़े कीते, उस चों किहड़ी कमाई हुई, किहने कीती, किन्ने पैसे बने, किन्ने डॉलर बने, किहने दसना। वो जमे चुप। ਜਿਹੜੇ ਰਾਜਨੀਤਿਕ ਬੰਦੇ ਨੇ ਜਿਹੜੇ ਉਸ ਕੰਪਨੀ ਦੇ CEO ਰਹੇ, ਉਹ ਕੰਪਨੀਆਂ ਉਹ ਚ ਇਨਵੋਲਵ ਹੋਈਆਂ ਜਾਂ ਨਹੀਂ ਹੋਈਆਂ, ਇਹਦੇ ਬਾਰੇ ਇੱਕ ਭਾਈਚਾਰੇ ਦੇ ਵਿੱਚੋਂ ਕੋਈ ਪ੍ਰੈਸ਼ਰ ਗਰੁੱਪ ਬਣੇ ਤੇ ਇਸ ਗੱਲ ਨੂੰ ਫੋਲੋ ਕਰੋ। ਜਿਵੇਂ ਵੇਕਅਪ ਸਰੀ ਬਣਿਆ ਸੀ, ਇਸ ਤਰ੍ਹਾਂ ਕੋਈ ਗਰੁੱਪ ਹੋਵੋ ਕਾਇਮ
कि भाई सरी डिवेलपमेंट कारपोरेशन का सानू लेखा जोखा दिओ। मतलब एडी धांधली, जिहदा जोर बन गया अपने बंदे रखा गया, जिहदा जोर बन गया मैं आ करा गया, मैं वो करा गया, ते ये जिहड़े साडे टैक्स पेयर दी मनी है ते ओहदे तो तुसीं बिजनेस कीता है, डिवेलपमेंट कारपोरेशन बना ली, ਉਹਦੇ ਚੋਂ ਕਿਹੜੀ ਕਮਾਈ ਆਈ, ਸਰੀ ਚ ਕਿੱਥੇ ਲੱਗੀ, ਕਿਹਨੇ ਤਨਖਾਹਾਂ ਦਿੱਤੀਆਂ, ਕੌਣ ਸੀਈਓ ਦੀ, ਇਹਦਾ ਕੋਈ ਕਿਤਾਬ ਚ ਕੋਈ ਲਿਆ ਸਕਦਾ? ਇਹਦੀ ਜੁਡੀਸ਼ੀਅਲ ਇਨਕੁਆਇਰੀ ਦੀ ਕੋਈ ਗੱਲਬਾਤ ਕਰ ਸਕਦਾ? ਸੂਬਾ ਸਰਕਾਰ ਨੂੰ ਕੋਈ BC ਦੇ NDP ਦੇ MLA ਬੈਠੇ ਨੇ ਸਰੀ ਚ ਸਾਰੀ ਚ, ਕੀ ਤੁਸੀਂ ਲਿਖ ਕੇ ਦੇ ਸਕਦੇ ਹੋ ਆਪਣੇ ਪ੍ਰੀਮੀਅਰ ਨੂੰ ਕਿ ਭਾਈ ਆ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਕੋਈ ਇਨਵੈਸਟੀਗੇਸ਼ਨ ਕਰਕੇ ਇਹਦਾ ਲੋਕਾਂ ਨੂੰ ਤਾਂ ਦੱਸੋ, ਜਾਂ ਕੋਈ ਪ੍ਰੈਸ਼ਰ ਗਰੁੱਪ ਕਮਿਊਨਿਟੀ ਚੋਂ ਬਣੇ, ਕੋਈ ਗੱਲ ਤਾਂ ਕਰੋ। ਹੋਰ ਸਾਰਾ ਕੰਮ ਪਹਿਲੀ ਕੌਂਸਲ ਦਾ। ਇਸ ਕੌਂਸਲ ਨੇ ਆਪਣੇ ਜਿਹੜਾ ਤੱਥਾਂ ਤੇ ਜਿੱਤ ਲਈ ਵੀ ਅਸੀਂ ਜੀ ਇੱਥੇ ਲਾਈਟ ਰੇਲ ਲੋਡ ਬਣ ਨਹੀਂ ਦੇਣੀ, ਅਸੀਂ ਸਕਾਈ ਟ੍ਰੇਨ ਬਣਾਵਾਂਗੇ, ਅਸੀਂ ਸਰੀ ਪੁਲਿਸ ਡਿਪਾਰਟਮੈਂਟ ਬਣਾਵਾਂਗੇ, ਲੋਕਾਂ ਨੇ ਵੋਟਾਂ ਪਾਤੀਆਂ, ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਗੱਲ ਕਿਉਂ ਨਹੀਂ ਕਰਦੇ ਮੇਅਰ ਡਗ ਮਕੱਲਾ? ਲਿਆਓ, ਦੋ ਲੋਕਾਂ ਨੂੰ ਦੱਸੋ, ਜਨਤਕ ਕਰੋ। ਨਹੀਂ ਪਤਾ ਲੱਗਦਾ ਸੂਬੇ ਨੂੰ ਕਹੋ ਆਪਣਾ ਜਿਹੜਾ ਮੋਸ਼ਨ ਲਿਆਵੇ ਮੇਅਰ ਕਿ ਅਸੀਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਹੈ, ਆਪੇ ਲਾਓ, ਕੋਈ ਜੱਜ ਸਾਹਿਬ ਦਾ ਜੱਜ ਲਾਓ ਤੇ ਲੱਭੋ ਉਹਦੇ ਚ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਚ ਕਿੰਨੇ ਡਾਲਰ, ਕਿੰਨੇ ਮਿਲੀਅਨ, ਕੀ ਪ੍ਰੋਜੈਕਟ ਉਹਨੇ ਕੀਤਾ, ਕਿੰਨੀਆਂ ਪ੍ਰਾਪਰਟੀਆਂ ਉਹਦੀਆਂ ਖੜੀਆਂ, ਕਿੰਨੀ ਉਹਦੀ ਕੀਮਤ ਹੈ, ਕਿਹਨੇ ਜਿਹੜੀਆਂ ਟ੍ਰਾਂਜੈਕਸ਼ਨ ਕੀਤੇ, ਰੀਅਲਟਰ ਕੌਣ ਸੀ, ਕਮਾਈ ਕਿਹਨੇ ਕੀਤੀ, ਕਮਿਸ਼ਨ ਕਿਹਨੂੰ ਮਿਲਿਆ, ਕੋਈ ਦੱਸ ਸਕਦਾ? तो कुछ ਜਿਹੜੀ ਜੇ ਇਹੋ ਜਿਹੀ ਰਾਜਨੀਤੀ ਹੁਣ ਇਹਦੇ 'ਚ ਅਸੀਂ ਐਕਟਿਵਲੀ ਇਨਵੋਲਵ ਨਹੀਂ ਹੋਣਾ ਅਸੀਂ, ਪਰ ਪੈਸਾ ਸਰੀ ਦੇ ਟੈਕਸ ਪੇਅਰਸ ਦਾ, ਜਿਹੜੇ ਪ੍ਰਾਪਰਟੀ ਟੈਕਸ ਚੋਂ ਤੁਹਾਨੂੰ ਕਦੇ ਪਾਣੀ ਦਾ ਆ ਗਿਆ ਬਿੱਲ, ਕਦੇ ਸੀਵਰੇਜ ਦਾ ਆ ਗਿਆ, ਤੁਹਾਡੇ ਕਰਕੇ ਉਹ ਚੀਜ਼ਾਂ ਚੱਲਦੀ। 100 ਮਿਲੀਅਨ ਦਾ ਦਫ਼ਤਰ ਤੁਸੀਂ ਬਣਾ ਕੇ ਦਿੱਤਾ ਜੀ, ਚੈੱਕ ਬੰਨੋ ਲਿਫਟ ਚੜ ਜਾਂਦੇ ਨੇ, ਦੂਜੇ ਉੱਤਰ ਜਾਂਦੇ ਨੇ, ਟੌਪ ਤੇ ਮੇਅਰ ਜੀ ਉੱਥੇ ਜਾ ਹੀ ਨਹੀਂ ਸਕਦਾ, ਕਾਰਡ ਲਿਆਓ ਜੀ, ਥੱਲੇ ਕਰੋ ਜੀ, ਉੱਪਰ ਕਰੋ ਜੀ, ਉੱਥੇ ਰੁਲੇ ਫਿਰਦੇ ਆ ਬੰਦੇ। ਇਹ ਤਾਂ ਧੰਨਵਾਦ ਆ ਮੇਅਰ ਡਗ ਮਕੱਲਮ ਦਾ, ਉਹਨੇ ਪਾਰਕਿੰਗ ਬੰਦ ਕਰਦੀ। ਪਹਿਲਾਂ ਪਾਰਕਿੰਗ 'ਚ ਮੰਜੇ ਜਾਂਦੇ ਸੀ, ਉੱਥੇ ਹੀ ਬਾਈ ਲਾ ਵਾਲੇ ਬੈਠੇ ਸੀ, ਚੱਲ ਆਉਂਦੇ ਨੂੰ ਪਾਰਕ। ਕਮਿਊਨਿਟੀ ਵੱਲੋਂ ਆਰਗੇਨਾਈਜੇਸ਼ਨ ਜਿਹੜੀਆਂ ਬਣਦੀਆਂ ਨੇ ਤੁਹਾਡੇ ਸਿਰ ਤੋਂ, ਜਿਹੜੀਆਂ ਬਣਦੀਆਂ, ਉਹਦਾ ਲੇਖਾ ਜੋਖਾ ਕੌਣ ਕਰੂਗਾ? ਮਿਲੀਅਨਸ ਆਫ ਡਾਲਰ ਦੀ ਫੰਡਿੰਗ ਸਰਕਾਰ ਤੇ ਇੱਥੇ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਨੇ, ਭਾਈ ਭਤੀਜਾਵਾਦ ਭਾਰੂ ਹੋਇਆ, ਉਹਦਾ ਪਤਾ ਤਾਂ ਕਰੋ। ਜਿਨ੍ਹਾਂ ਨੇ ਬਣਾਈਆਂ ਉਹਨਾਂ ਦੇ ਨਾਂ ਤੇ ਕਿਤੇ ਹੈ? ਬੋਰਡ ਆਫ ਡਾਇਰੈਕਟਰ ਕੌਣ ਹੈ? ਬੋਰਡ ਆਫ ਡਾਇਰੈਕਟਰਾਂ ਦਾ ਕੀ ਬੈਕਗਰਾਉਂਡ ਆ? ਬੋਰਡ ਆਫ ਡਾਇਰੈਕਟਰਾਂ ਤੇ ਕੋਈ ਕੇਸ ਤਾਂ ਨਹੀਂ, ਕੋਈ ਘਰਾਂ ਤੇ ਗੋਲੀਆਂ ਤਾਂ ਨਹੀਂ ਚੱਲੀਆਂ? ਕੋਈ ਪਤਾ ਤਾਂ ਕਰੋ। ਤੁਸੀਂ ਕੋਈ ਵੀ ਸਾਂਝੀ ਜਗ੍ਹਾ ਨੂੰ ਇੱਕ ਕੈਂਪੇਨ ਆਫਿਸ ਬਣਾ ਕੇ ਰਾਜਨੀਤੀ ਉੱਥੋਂ ਚਲਾਉਂਦੇ ਹੋ, ਉਹਦੇ ਲਈ ਲੋਕਾਂ ਦੇ ਹੁਣ ਤੁਸੀਂ ਜਿਹੜਾ ਕੋਈ ਪ੍ਰੈਸ਼ਰ ਗਰੁੱਪ ਕ੍ਰੀਏਟ ਹੋਣਾ ਚਾਹੀਦਾ ਸਰੀ ਦੇ ਵਿੱਚ, ਜਿਹੜਾ ਇਹਨਾਂ ਚੀਜ਼ਾਂ ਤੇ ਦਖਲ ਅੰਦਾਜ਼ੀ ਕਰੇ। ਭਾਈ ਅਸੀਂ 10 ਬੰਦੇ ਆ, ਅਸੀਂ ਆਹ ਚੀਜ਼ ਦਾ ਪਤਾ ਕਰਨਾ, ਅਸੀਂ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਪਤਾ ਕਰਨਾ, ਅਸੀਂ ਕਮਿਊਨਿਟੀ ਦੇ ਵਿੱਚ ਚੱਲਦੀਆਂ ਜਿੰਨੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਸਾਡੇ ਸਿਰ ਤੋਂ ਤੁਸੀਂ ਫੰਡਿੰਗ ਲੈਂਦੇ ਹੋ, ਕਮਿਊਨਿਟੀ ਦੀ ਕਹਾਣੀ ਲਿਆਓ, ਦੱਸੋ ਕਮਿਊਨਿਟੀ ਲਈ ਕੀ ਕਰਦੇ ਹੋ, ਦੱਸੋ ਤੁਹਾਨੂੰ ਤੁਹਾਡੀ ਨੌਕਰੀ ਦੇਣ ਦਾ ਕੀ ਪ੍ਰੋਟੋਕਾਲ ਹੈ, ਕਿੰਨੇ ਬੰਦੇ, ਕੌਣ ਕੰਮ ਕਰਦਾ, ਉਹ ਕਿਹਦੇ ਨਾਲ ਅੰਗਲੀ ਸੰਗਲੀ। 12-12 ਵਜੇ ਰਾਤਾਂ ਨੂੰ ਮੈਂਬਰਸ਼ਿਪ ਬਣਾਉਂਦੇ ਫਿਰਦੇ ਹੋ ਲੋਕਾਂ ਦੇ ਘਰੇ ਵੀ ਇਹਦੇ ਤੇ ਕਬਜ਼ਾ ਸਾਡਾ ਹੋ ਜਵੇ। ਇਸ ਤਰ੍ਹਾਂ ਕਬਜ਼ਾ ਨਹੀਂ ਅਸੀਂ ਹੋਣ ਦੇਣਾ, ਸਬੂਤਾਂ ਦੇ ਨਾਲ ਲੋਕਾਂ ਦੀ ਕਚਹਿਰੀ 'ਚ ਲਿਆਵਾਂਗੇ ਫਿਰ ਵੀ ਆਹ ਦੇਖੋ ਆਹ ਹੋ ਰਿਹਾ। ਮੈਨੂੰ ਫੋਨ ਆਇਆ ਕਿ ਜੀ 12 ਵਜੇ ਮੈਂਬਰਸ਼ਿਪ ਇੱਕ ਆਰਗੇਨਾਈਜੇਸ਼ਨ ਵਾਲੇ ਬਣਾ ਕੇ ਗਏ ਨੇ ਰਾਤ 12 ਵਜੇ, ਵੀ ਹੁਣੇ ਦਿਓ ਛੇਤੀ ਚੈੱਕ, ਸਾਨੂੰ ਕੱਟ ਗਿਆ ਮੈਂਬਰਸ਼ਿਪ, ਕੱਲ ਵੋਟਾਂ ਪੈਣਗੀਆਂ, ਸਾਡੀਆਂ ਵੋਟਾਂ ਵੱਜ ਜਾਣਗੀਆਂ, ਕੋਈ ਜਗ੍ਹਾ ਛੱਡ ਤਾਂ ਦਿਓ। ਉਹ ਕਹਿੰਦੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਅਸੀਂ ਛੱਡ ਹੀ ਨਹੀਂ ਰਹੇ ਕੋਈ। ਜਿਨ੍ਹਾਂ ਨੇ ਨਿੱਜੀ ਤੌਰ ਤੇ ਕੁਝ ਬਣਾਇਆ, ਉਹ ਨਿੱਜੀ ਤੌਰ ਤੇ ਜਿਨ੍ਹਾਂ ਨੇ ਬਣਾਇਆ ਉਹਦੇ ਵੱਲ ਅਸੀਂ ਝਾਕਦੇ ਨਹੀਂ, ਪਰ ਜਿੱਥੇ ਕਮਿਊਨਿਟੀ ਨੇ ਜੇਬਾਂ 'ਚੋਂ ਪੈਸੇ ਦਿੱਤੇ, ਦਸਤਖਤ ਕੀਤੇ, ਉਹ ਕਮਿਊਨਿਟੀ ਉਸ ਗੱਲ ਨੂੰ ਜੇ ਖੁੱਲਾ ਛੱਡ ਦੂ, ਤੁਸੀਂ ਇਹੋ ਜਿਹੇ ਬੰਦੇ ਕਰ ਦੋਗੇ ਪੈਦਾ ਜਿਨ੍ਹਾਂ ਨੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਗੱਲ ਨਹੀਂ ਕੋਈ ਕਰਨੀ, ਗੁਲਾਮ ਬਣਾ ਦੇਣਾ। ਦੱਸ ਕੇ ਹਟਿਆ ਤੁਸੀਂ ਕਿੱਥੇ ਸਰੀਆ, ਕਿੱਥੇ ਐਬਸਫੋਰਡ ਆ ਜੀ, ਅਸੀਂ ਇੱਥੇ ਨੋਮੀਨੇਸ਼ਨ ਲੜਾਵਾਂਗੇ। ਹੱਥ ਨੇ ਗੱਲ ਦਾ ਧੂਆ ਰੌਲ ਹੋ ਗਿਆ ਵੀ ਇੱਕ ਬੰਦੇ ਫਿਰਦਾ, ਦੂਜਾ ਦੂਜੇ ਨੂੰ ਫਿਰਦਾ, ਇੱਕ ਜਗ੍ਹਾ ਤੋਂ ਤੁਰੇ ਹੋਏ। ਕਾਹਦੇ ਲਈ ਪੜਾ ਕੇ ਲੋਕਾਂ ਨੂੰ ਮਾਰਦੇ ਹੋ ਤੁਸੀਂ? ਕਿਉਂ ਕਮਿਊਨਿਟੀ ਦੇ ਵਿੱਚ ਇੰਨਾ ਜਗਣ ਪਾਉਂਦੇ ਹੋ? ਕੀ ਕਰਨਾ ਚਾਹੁੰਦੇ ਹੋ ਤੁਸੀਂ? ਪਹਿਲਾਂ ਆਪ ਵੇਖੋ ਵੀ ਆਪ ਖੱਟਿਆ ਕੁਛ ਜ਼ਿੰਦਗੀ ਦੇ ਵਿੱਚ, ਕੁਛ ਮਿਲਿਆ,
किसी ने हथ फड़िया? तो ये जड़ा ना प्लीज, मैं हर एक जगह ते तुसी लीड नहीं कर सकते। कम्यूनिटी दे विचों 5-10 बंदे प्लीज इकट्ठे होवो। मैं बेनती करदा कि कम्यूनिटी च ਜਿਹੜੀਆਂ कम्यूनिटी दे नाम ते ऑर्गेनाइजेशन बणियां ने ਉਹਦਾ हिसाब किताब पुछो। 5-7 जने बंदे जाओ, नाल मीडिया दे बंदे जाओ, भाई साहब दसो सानू ਤੁਹਾਡੀ ਕੀ फंडिंग आउंदी आ, ਕਿਹੜੇ बंदे नौकर रखदे हो, तुसीं किवें रख। सरी डिवेलपमेंट कॉरपोरेशन का पता करो, मिलियंस ऑफ डॉलर की डिवेलपमेंट कॉरपोरेशन की खरीदिया, की बेचा, मनी कित्थे है, कद आउणी आ मुड़ के। और मेयर मुकल्लम नूं मोशन लियाउणा चाहिए कि ਉਹਦੇ ਤੇ ਵੋਟਾਂ पा के ਇਹਨੂੰ ਅੱਗੇ ਤੋੜਨਾ चाहिए। नहीं तो ਜਿਹੜੇ ਬਾਗੀ हो के कौंसलर बैठे ने, ਹੁੰਦਲ वर्गे ते ब्रेंडा लॉक वर्गे, पेडीग्रू वर्गे, ਉਹਨਾਂ ਨੂੰ ਇਸ ਗੱਲ ਦਾ ਮੁੱਦਾ ਚੱਕਣਾ ਚਾਹੀਦਾ ਵੀ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੱਸੋ ਜੀ ਕੀ ਹੈ ਇਹਦੇ ਚ, ਲੈ ਕੇ ਆਓ ਅੱਗੇ, ਅਸੀਂ ਉਸ ਨੂੰ ਕਵਰ ਕਰਾਂਗੇ। ਥੈਂਕ ਯੂ। ਕੁਝ ਫੋਨ ਮੈਸੇਜ ਜਿਹੜੇ ਆਉਂਦੇ ਆ ਜਿਹੜੇ ਕਮੇਟੀ ਦੇ ਵਿੱਚ ਐਕਟਿਵ ਨੇ, ਇਸ ਤਰ੍ਹਾਂ ਹੀ ਕੰਮ ਕਰੋ। ਸਾਊਥ ਸਰੀ ਦੇ ਵਿੱਚ ਡਿਵੈਲਪਮੈਂਟ ਜਿਹੜੀ 24 ਤੋਂ 16, 160 ਤੇ 168 ਦੇ ਵਿੱਚ ਵੱਡੀ ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਨੇ, ਕੀ ਉਹਦੇ ਚ ਸਰੀ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਕੋਈ ਹਿੱਸਾ ਹੈ? ਇਹ ਪਤਾ ਕਰੋ। ਇਹ ਗੱਲ ਜਿਹੜੀ ਨਾ ਅਸਲ ਲੋਕ ਚੱਲੇ, ਇੱਕ ਆਪਣੇ ਡਿਵੈਲਪਰ ਚੱਲੇ ਸੀ ਵੀ ਸਿਟੀ ਹਾਲ ਦੇ ਵਿੱਚ ਆ ਹੁੰਦਾ, ਪਰ ਚੁੱਪ ਕਰਕੇ ਤੁਸੀਂ ਕਾਹਦੇ ਲਈ ਬਹਿ ਜਾਂਦੇ? ਵੋਟਾਂ ਵੇਲੇ ਐਕਟਿਵ 3 ਮਹੀਨੇ ਹੋ ਜਾਣਾ, ਮੈਂ ਆਹ ਕਰਦਾ, ਮੈਂ ਉਹ ਕਰਦਾ, ਨਿਕਲੋ ਬਾਹਰ ਕਰੋ। ਕਰਦੇ ਕਿਉਂ ਨਹੀਂ? ਰਾਜਨੀਤਿਕ ਏਜੰਡਿਆਂ ਤੇ ਨਾ ਕੰਮ ਕਰੋ, ਨਿਕਲੋ ਬਾਹਰ। ਫਿਰ ਲੁਕਦੇ, ਫਿਰ ਅਖੀਰ 'ਚ ਜਾ ਕੇ ਮੁੱਕ ਜਾਂਦੇ, ਗੱਲ ਮੁੱਕ ਜਾਂਦੀ ਹੈ। मैं आ नहीं कर सकता, डेफेमेशन हो जाता है। देखो डेफेमेशन होणगे जे कम्यूनिटी दे विच तुसीं एक्टिव होना, हो जाए डेफेमेशन, नहीं फिर वो काम ना करो। तुसीं डेफेमेशन दा इशू नहीं है, इशू ये है भी कम्यूनिटी दे लई काम। शहर तुहाडा सब तो वधिया, सारे सूबे दे विचों वधिया एरिया दे विचों वधिया शहर तुहाडा। घर तुहाडा 11 ਲੱਖ ਦਾ ਲਾਇਆ ਹੋਇਆ 13 ਲੱਖ 12 ਲੱਖ ਦਾ ਵਿਕਦਾ, 100 ਆਫਰਾਂ ਦੁਨੀਆ ਲੱਭਦੀ ਫਿਰਦੀ ਹੈ, ਦੁਨੀਆ ਭਰ ਤੋਂ ਲੋਕ ਪੈਸੇ ਲਿਆ ਰਹੇ ਨੇ। ਹਰ ਇੱਕ ਦਾ ਪਹਿਲਾ ਜਿਹੜਾ ਟਿਕਾਣਾ ਉਹ ਕਹਿੰਦੇ ਸਰੀ ਚੱਲੀ। ਪਰ ਜੇ ਉਹ ਤੁਸੀਂ ਇਹ ਤਾਂ ਹੁਣ ਨਾ ਵੇਖੋ, ਜਿਹੜਾ ਆਉਣ ਵਾਲੇ 10 ਸਾਲ ਨੂੰ ਤੁਹਾਡਾ ਸ਼ਹਿਰ ਕਿੱਥੇ ਖੜਨਾ ਹੈ, ਇਹ ਵੇਖੋ ਕਿਵੇਂ ਉਹਨੂੰ ਸਾਂਭਣਾ, ਕਿਵੇਂ ਪ੍ਰੈਸ਼ਰ ਗਰੁੱਪ ਬਣਨੇ ਨੇ। ਰਾਜਨੀਤੀ ਇਕੱਲੇ ਕੌਂਸਲਰ ਬਣ ਕੇ ਨਹੀਂ ਤੁਸੀਂ ਕਰ ਸਕਦੇ ਕੁਝ, ਬਾਹਰੋਂ ਪ੍ਰੈਸ਼ਰ ਗਰੁੱਪ ਕਮਿਊਨਿਟੀ ਦਾ ਚਾਹੀਦਾ। ਪਰ ਉਹ ਪਤਾ ਐਕਟਿਵ ਕਦ ਹੁੰਦਾ? ਜਦ ਨਿੱਜ ਹੁੰਦਾ, ਫਿਰ ਐਕਟਿਵ ਕਰ ਲੈਂਦੇ ਆ। ਜਦੋਂ ਕੰਮ ਨਿਕਲ ਗਿਆ, ਮੋਢਾ ਵਰਤ ਲਿਆ, ਕੋਈ ਮੀਡੀਆ ਵਾਲਾ ਮੇਰੇ ਵਰਗਾ ਗਰਮ ਕਰ ਲਿਆ, ਕੰਮ ਜਿੱਦਾਂ ਨਿਕਲ ਗਿਆ ਬਸ ਖਤਮ। ਉਹਨਾਂ ਨੂੰ ਪਤਾ, ਜਿਹੜੇ ਵਰਤਣ ਵਾਲੇ ਬੰਦੇ ਨੇ ਉਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਗਰਮ ਕੀਤਿਆਂ ਕੰਮ ਕਰਦਾ, ਕਿਹੜਾ ਬੰਦਾ ਲਿਫਾਫਾ ਦਿੱਤਿਆਂ ਕੰਮ ਕਰਦਾ, ਇਹਨਾਂ ਨੂੰ ਪੈਸਾ ਚਾੜਨਾ, ਕਿਹੜਾ ਬਿਨਾਂ ਪੈਸੇ ਤੋਂ ਬੋਲੂ। ਉਹ ਫਿਰ ਇਧਰੋਂ ਉਧਰੋਂ ਆਪ ਨਹੀਂ ਫੋਨ ਕਰਾਉਂਦੇ, ਖੱਬਿਓਂ ਸੱਜਿਓਂ ਫੋਨ ਕਰਾਉਣਗੇ ਟੋਹ ਲੈਣ ਨੂੰ ਵੀ ਦੇਖੀਏ ਤਾਂ ਸ਼ੇਰ ਕੇ ਕੀ ਕਰਦਾ। ਐਡਾ ਗੰਦ ਹੋਇਆ ਹੋਇਆ ਕਮਿਊਨਿਟੀ ਦੇ ਵਿੱਚ, ਤੁਹਾਨੂੰ ਤੁਹਾਡੇ ਸ਼ਬਦ ਮੂੰਹ 'ਚ ਬੋਲਣਗੇ, ਆਹ ਕਰ, ਇੱਥੇ ਕਰ, ਉੱਥੇ ਕਰ। ਔਰ ਤੁਹਾਨੂੰ ਮੈਂ ਦੱਸਾਂ, ਜਿਹੜੇ ਬੰਦੇ ਨੇ ਸੱਚ ਦੇ ਤੌਰ ਤੇ ਕੰਮ ਕੀਤਾ ਉਹ ਯੂਜ਼ ਹੋ ਹੀ ਜਾਂਦੇ ਨੇ, ਕਿਉਂਕਿ ਉਹਨਾਂ ਦਾ ਏਜੰਡਾ ਨਹੀਂ ਹੁੰਦਾ ਕੋਈ ਦੇ। जब कम्यूनिटी राजनीति दे विच एक्टिव हुई 20 साल पहला, मैनूं दस्सिओ तां सही किहड़े बंदे किने कम्यूनिटी च काम कीता आके जिहड़े बणे फिरदे ने सारे चौधरी हुण, दिखाओ कोई कम्यूनिटी च काम कीता। मैं बिजनेस अपना करदा, मैं इत्थे काम करदा, ये मैं इत्थे इस कंस्टीट्यूएंसी जवाक जम्मे ने, बाकी आसमान च जम के आउंदे ने, वो भी इत्थे जम्मदे आ। सो ये छड्ड दिओ ढिल्ला पता क्यों छड्ड दिओ? ਪੰਜਾਬ ਦੀ ਗੁਲਾਮੀ ਗਲ ਚ ਪਾਈ ਹੋਈ ਹੈ। ਪੰਜਾਬ ਦੀ ਗੁਲਾਮੀ ਇੱਥੇ ਬੈਠੇ ਤੁਸੀਂ ਲਾਉਣੇ ਹੋ, ਆਪਣੇ ਵੱਲੋਂ $50 ਭੇਜ ਕੇ ਪਿੰਡ ਦਾ, ਚੱਕ ਦੋ ਕੰਮ, ਲੈ ਜਾਓ ਟਰਾਲੀਆਂ, ਪਾ ਲਓ ਤੇਲ। ਜਿਹੜੀ ਇੱਥੇ ਦੀ ਗੁਲਾਮੀ ਹੈ ਉਹ ਗਲ ਚ ਪਾ ਲਈ ਵੀ ਬੰਦੇ ਤੱਕ ਕੰਮ ਪੈ ਜੂ। ਕਿਹੜਾ ਕੰਮ ਪੈ ਜੂ ਤੁਹਾਨੂੰ ਕੋਈ ਦੱਸ ਸਕਦਾ ਮੈਨੂੰ? 1844 247 1550 10 ਮਿੰਟ ਵੀ ਤੁਹਾਨੂੰ ਕਿਹੜਾ ਕੰਮ ਐਮਐਲਏ ਤੇ ਐਮਪੀ ਤੱਕ ਪੈ ਜੂ? ਕਿਹੜਾ ਐਮਐਲਏ ਐਮਪੀ ਤੁਹਾਡਾ ਕੀ ਕਰ ਦੂਗਾ? ਦੱਸੋ ਮੈਨੂੰ। ਹੈ ਕੋਈ ਆਊਟ ਆਫ ਵੇ ਜਾ ਕੇ ਇੱਥੇ ਕਰ ਦੂ? ਜਿਹੜਾ ਕਰਦੇ ਨੇ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ ਉਹਨਾਂ ਨੂੰ। बस कम हो जू, कम पै जू, आ जूगा, असीं बह जांगे, बाहर मिल लू। ये कोई इशू नहीं है। तुहाडी रिप्रजेंटेशन जिहड़ी ट्रू रिप्रजेंटेशन आ, तुहाडे मुद्दिआं दी गल आ कहा के दिखाओ। तां हुण पिछले 6 महीने दे जबकदे हो दिन रात
कहायो तो भी किसान मोर्चे की करो हमायत, सदो इत्थे किसी इकट्ठ च किते वे आके असी सारे एक जगह हुंदे ते असी करदे हां हमायत, कहाओ तो नहीं होना। हाँ फिर उसदे बाद अगला कहना चल कुंडी अड़ा के रख बापा नूं अपना निजी दा काम हो जू रहण। मैं पहला कह के गठिया इमीग्रेशन की गल हुण एक्सप्रैस एंट्री च 30,000 बंदा करता, होर करनगे ला लो जोर, यही करा लो भी ओपन वर्क परमिट कर दो, जो बच्चा अपलाई करता है उन्होंने ओपन वर्क परमिट दे दो, बस हो खिंज तो हटो। नहीं तो इधरों तुसीं भेजदे हो, उधरों रीसाइकल होकर उरे नूं आउंदे ने, उन्हां दा बचदा कख नहीं, 5 एकड़ ने वो बेच दिंदे ने, 30-35 लाख तां पहिलां आउंदे ने, मुड़ के वर्क परमिट जब लैना है ਉਹਦਾ 30,000 12-15 ਲੱਖ ਰੁਪਈਆ ਹੋਰ ਹੋ ਗਿਆ। ਹੁਣ ਸਬੂਤ ਲੋਕ ਆ ਕੇ ਬੋਲਦੇ ਨੇ, ਔਨ 에ਅਰ ਆ ਕੇ ਬੋਲਦੇ ਨੇ, ਪਿਛਲੇ ਦਿਨੀ ਕਾਲੋ ਮੁੰਡਾ ਬੋਲ ਕੇ ਨਹੀਂ ਗਿਆ, ਇਸ ਤੋਂ ਵੱਧ ਸਬੂਤ ਕੀ ਹੈ? 100 ਸਬੂਤ ਆ ਉਹਦੇ ਕੋਲ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਵੱਲੋਂ ਗੱਲ ਕਰ ਦਿੱਤੀ, ਵੱਧ ਤੋਂ ਵੱਧ ਕਰ ਦਿੱਤੀ, ਪਰ ਜੇ ਕਮਿਊਨਿਟੀ ਐਕਟ ਨਹੀਂ ਕਰਦੀ ਫਿਰ ਇਹ ਗੱਲਾਂ ਨਹੀਂ ਹੋਣੀਆਂ। ਹਮ ਜਿਹੜੇ ਬੰਦੇ ਤੁਰੇ ਫਿਰਦੇ ਹੰਬ ਹਾਰ ਕੇ ਬਹਿ ਜਾਣਗੇ ਕੱਲ ਨੂੰ, ਔਰ ਪੱਕੀ ਗੁਲਾਮੀ ਜਿਹੜੀ ਆ ਉਹ ਗਲ ਚ ਪੈ ਜਾਊ। ਕਿੰਨੀ ਵਧੀਆ ਦੇਸ਼, ਕਿੰਨਾ ਵਧੀਆ ਸੂਬਾ, ਕਿੰਨਾ ਵਧੀਆ ਸ਼ਹਿਰ, ਅਸੀਂ ਕੀ ਪੁਆਇੰਟ ਸਿਸਟਮ ਤੇ ਅਸੀਂ $1,000 ਦੇ ਵਿੱਚ ਇੱਥੇ ਆ ਕੇ ਸਾਡੀ ਇਮੀਗ੍ਰੇਸ਼ਨ ਹੋ। ਕਿਉਂ ਧੀਆ ਪੁੱਤ ਸਾਡੇ $40,000 ਦੇਣ ਯਾਰ? ਇਹਦੇ ਤੇ ਕਿਉਂ ਨਹੀਂ ਤੁਸੀਂ ਕਮਿਊਨਿਟੀ ਬੋਲ? ਕਿਉਂ ਨਹੀਂ ਤੁਸੀਂ ਨੰਗੇ ਕਰਦੇ? ਜਿਹੜੀ ਰਾਜਨੀਤਿਕ ਪਿੱਠ ਭੂਮੀ ਹੈ ਬੰਦਿਆਂ ਨੂੰ, ਉਹਨਾਂ ਦਾ ਕੀ ਦੱਸਣਾ ਬਾਹਰ, ਕਿਹਨੂੰ ਨਹੀਂ ਕੀ ਨਹੀਂ ਪਤਾ। ਹੁਣ ਆ ਥਾਪੜਾ 25-27,000 ਬੰਦਾ ਪੱਕੇ ਕਰਦਾ, ਲੋਕ ਮੋਢਿਆਂ ਤੇ ਲਈ ਫਿਰਦੇ ਨੇ, ਅਸੀਂ ਕਰਾਤਾ, ਅਸੀਂ ਕੀ ਕਰਾਦਾ ਤੁਹਾਨੂੰ? ਤੁਸੀਂ ਦੱਸ ਤਾਂ ਦਿਓ ਵੀ ਤੁਸੀਂ ਇੱਕ ਮੈਮੋ ਲਿਖ ਸਕਦੇ ਹੋ ਪ੍ਰਾਈਮ ਮਿਨਿਸਟਰ ਆਫਿਸ ਨੂੰ? ਨਹੀਂ, ਬਿਲਕੁਲ ਨਹੀਂ ਲਿਖ ਸਕਦੇ। ਹੁਣ ਜੇ ਉਹ ਇਮੀਗ੍ਰੇਸ਼ਨ ਤੱਕ ਕਰਤੀ, ਹੁਣ 50-60,000 ਹੋਰ ਹੋ ਜੂ, ਆਪਾਂ ਆਉਣ ਵਾਲੇ 5-7 ਮਹੀਨੇ 'ਚ ਤੁਹਾਡੇ ਸਾਹਮਣੇ 20-30,000 ਹੋਰ ਹੋਣਗੇ। ਪਰ ਉਹਨਾਂ ਦਾ ਜਿਹੜਾ ਉਹ ਵਰਕ ਪਰਮਿਟ ਜਿੱਤੇ ਤਾਂ ਉਹਨਾਂ ਨੇ ਕੁਆਲੀਫਾਈ ਕਰਨਾ, ਉਹਦਾ ਫਾਹਾ ਮੋੜੋ, ਉਹਨੂੰ ਤਾਂ ਬੰਦ ਕਰੋ ਵੀ ਵਰਕ ਪਰਮਿਟ ਓਪਨ ਕਰਦੇ ਹਾਂ ਅਸੀਂ। ਤੇ ਜਿਹੜੇ ਜਵਾਕ ਪੜ੍ਹ ਗਏ ਉਹਨੂੰ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਮਿਲਣਾ, ਸਰਕਾਰ ਵੱਲੋਂ ਓਪਨ ਵਰਕ ਪਰਮਿਟ ਹੈ, ਉਹ ਜਿੱਥੇ ਮਰਜ਼ੀ ਕੰਮ ਕਰੇ। ਇੱਕ ਡਿਪਾਰਟਮੈਂਟ ਸੈੱਟ ਕਰਨੀ ਹੈ ਸਰਵਿਸ ਕੈਨੇਡਾ ਦੇ ਵਿੱਚ, ਕਰ ਦੋ। ਉਹਦੇ ਬਾਅਦ ਉਹਨੂੰ ਕੁਆਲੀਫਾਈ ਤੁਸੀਂ ਕਰਦੇ ਹੋ 400 ਤੋਂ 75 ਪੁਆਇੰਟ, ਪਰ ਜਿਹੜਾ ਵਿੱਚ ਉਹਨਾਂ ਦੇ ਕੁੰਡੀਆਂ ਖੁੱਚਿਆਂ ਨੂੰ ਪੈਂਦੀਆਂ, ਉਹ ਕੁੰਡੀਆਂ ਕੌਣ ਦੱਸੂ? ਲੈ ਵੈਨਕੂਵਰ ਤੋਂ ਟੋਰਾਂਟੋ ਤੱਕ ਜਿੱਥੇ ਪੰਜਾਬੀ ਵੱਸਦਾ, ਇੱਕ ਸ਼ਹਿਰ ਤਾਂ ਦੱਸ ਦਿਓ। ਕੋਈ ਕਰ ਸਕਦਾ ਆਡਿਟ ਬਈ ਭਾਈ ਕੰਮ ਦਿਖਾ, ਤੇਰੇ ਕੋਲ ਆ $10 ਮਿਲੀਅਨ ਤਾਂ ਪਿਛਲੇ 10 ਸਾਲਾਂ 'ਚ ਕਿੱਥੋਂ ਇਕੱਠਾ ਕੀਤਾ, ਦਾ ਦੇ ਟੈਕਸ ਕਿੱਥੇ ਕੀ ਦਿੱਤਾ, ਕਿਹੜੇ ਨਾਂ ਦਿੱਤਾ, ਕਿੱਥੇ ਦਿੱਤਾ, ਕੀ ਕੰਮ ਕਰਦਾ, ਕਿਹੜੀਆਂ ਕੰਪਨੀਆਂ ਨੇ? ਨੋ ਅਕਾਊਂਟੇਬਿਲਟੀ। ਇਹ ਜੇ ਤੁਸੀਂ ਮੰਨੋ ਨਾ ਵੀ ਸਰਕਾਰ ਦੀ ਕਰਦੀ, ਸਰਕਾਰ ਤਾਂ 10 ਦਿਨਾਂ 'ਚ ਕਰੂ ਜਦ ਤੁਸੀਂ ਤੁਹਾਡਾ ਗਰੁੱਪ ਦੇਖੂ ਉੱਥੇ। ਹੁਣ ਉੱਥੇ ਵਾਲਿਆਂ ਨੂੰ, ਸਿੰਘੂ ਟਿੱਕਰੀ ਤੇ ਗਾਜੀਪੁਰ ਵਾਲਿਆਂ ਨੂੰ ਕਹਿ ਰਿਹਾ ਨਾ ਵੀ ਟਿਕੇ ਰਹੋ, ਜਿੱਤ ਕੇ ਆਉਂਗੇ। ਤੇ ਅਸੀਂ ਟਿਕ ਸਕਦੇ ਹਾਂ? ਉਹਦਾ ਵਿਚਾਰੇ ਠੰਡ 'ਚ ਬੈਠੇ, ਅਸੀਂ ਤਾਂ ਗਰਮ ਕਮਰਿਆਂ 'ਚ ਬਹਿਣਾ, ਕੀ ਕਿਤੇ ਇਕੱਠੇ ਹੋ ਕੇ ਕਹਿ ਸਕਦੇ ਭਾਈ ਲਿਆਓ ਆਹ ਹਿਸਾਬ ਦੱਸੋ। ਸਾਡੇ ਸ਼ਹਿਰ 'ਚੋਂ ਬਣਾਈ ਹੋਈ ਡਿਵੈਲਪਮੈਂਟ ਕਾਰਪੋਰੇਸ਼ਨ ਉਹ ਕਿੱਥੇ ਆ? ਕੀ ਉਹਨੇ ਕੀਤਾ ਲਿਆ ਦੱਸੋ? ਸਾਡੇ ਪੈਸੇ ਨੇ, ਸਾਡੇ ਨਾਂ ਤੋਂ ਬਣਾਈਆਂ ਆਰਗੇਨਾਈਜੇਸ਼ਨਸ, ਕਿੰਨੀ ਤੁਸੀਂ ਲੈਂਦੇ ਹੋ ਸਾਲ ਦੀ ਫੰਡਿੰਗ, ਕਿਹੜੀ ਸਰਕਾਰ ਤੋਂ ਲੈਂਦੇ ਹੋ, ਉਹ ਕਿੱਥੇ ਲਾਉਣੇ ਹੋ ਦੱਸੋ? ਕੀ ਕੀਤਾ ਕਮਿਊਨਿਟੀ ਦੇ ਲਈ? ਕਿੰਨੇ ਨੌਕਰ ਨੇ, ਕਿਹਦੇ ਨੌਕਰ ਨੇ, ਕਿਹਦੇ ਰਿਸ਼ਤੇਦਾਰ ਨੇ, ਕਰੋ ਪਤਾ। ਇਹਦੇ ਤੇ ਕੰਮ ਕਰਨਾ ਪੈਣਾ। ਇਹ ਨਹੀਂ ਹੈ ਨਾ ਬਈ ਸਵਰਗਾਂ ਨੂੰ ਮੈਂ ਤੁਰਜਮਾ ਮਰ ਜਾ ਕੋਈ ਹੋ ਰਹੇ ਹੋ, ਅੱਗੇ ਆਉਣਾ ਪੈਣਾ। ਕਮਿਊਨਿਟੀ ਦੇ ਵਿੱਚ ਬੰਦੇ ਜਿਹੜੇ ਨੇ ਜਿਹੜੇ ਐਕਟਿਵ ਹੋ ਸਕਣ, ਜਿਹੜੇ ਕਮਿਊਨਿਟੀ ਲਈ ਵੀਕ ਦੇ ਵਿੱਚ 5-4 ਘੰਟੇ ਦੇ ਸਕਣ, ਉਹ ਇਕੱਠੇ ਹੋਵੋ। ਨਹੀਂ ਸਾਰੇ ਜਿਹੜੇ ਇੱਧਰ ਉੱਧਰ ਬੋਲਦੇ ਫਿਰਦੇ ਨੇ ਤੇ ਉਹ ਜਦ ਕਿਤੇ ਪਰਸਨਲ ਕੋਈ ਆ ਜਾਂਦਾ ਇਸ਼ੂ ਚੁੱਪ ਕਰ ਜਾਂਦੇ ਨੇ, ਜਦੋਂ ਪਰਸਨਲ ਇਸ਼ੂ ਪਰਾਂ ਹੋ ਜਾਂਦਾ ਫੇਰ ਬੋਲਣ ਲੱਗ ਜਾਂਦੇ ਨੇ। ਇਸ ਤਰ੍ਹਾਂ ਨਹੀਂ ਹੁੰਦਾ। ਨਨਕਾਣਾ ਸਾਹਿਬ ਦੀ ਤੇ ਮਾਂ ਬੋਲੀ ਦੀ ਗੱਲ ਕਰਦੇ ਆ ਅਗਲੇ ਹਿੱਸੇ 'ਚ, ਪਰ ਇੱਕ ਕਾਲਰ ਨਾਲ ਗੱਲਬਾਤ ਕਰਾਂ। ਸਰ ਗੁਰਜੀਤ ਸਿੰਘ, ਲਾਈਨ ਨੰਬਰ 2। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ। ਭੇਡਾਂ ਆਪਣੀਆਂ ਸਤਿ ਸ੍ਰੀ ਅਕਾਲ ਬਾਈ ਜੀ। ਹੈਲੋ ਬਾਈ ਜੀ, ਆਵਾਜ਼ ਥੋੜੀ ਉੱਚੀ ਬੋਲਿਓ ਮਾੜੀ ਜੀ। ਬਾਈ ਜੀ ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਕੁਝ ਬਣਾ ਲਿਆ ਪਾ ਲਿਆ, ਇਹਨਾਂ ਚੀਜ਼ਾਂ ਤੇ ਆ ਕੇ ਅਸੀਂ ਟੇਬਲ ਟਾਕ ਤੇ ਆ ਕੇ ਫੇਲ ਹਾਂ। ਫੇਲ ਹੋ ਸਾਡੀਆਂ ਭੇਡਾਂ ਵਿੱਚ ਨਾਲ ਲਈ ਫਿਰਦੀਆਂ, ਇਹਨੂੰ ਵਰਕ ਪਰਮਿਟ ਦੇ ਦਿਓ ਜੀ, ਇਹਨੂੰ ਇੰਨੇ ਪੈਸੇ ਦੇਵਾਂਗੇ। ਕਈ ਬੰਦੇ ਆ ਕੇ ਤੁਹਾਨੂੰ ਮਜਬੂਰ ਕਰਦੇ ਆ। ਮੇਰੇ ਕੋਲੇ ਸਬੂਤ ਹੈਗੇ ਆ, ਕਿਉਂਕਿ ਚੱਕਰ ਇਹ ਸਾਡੇ ਬੰਦੇ ਵਿਕਣ ਲੱਗੇ ਮਿੰਟ ਲਾਉਂਦੇ। ਇਹਦੇ ਵਿੱਚ ਲਾਲਚੀਪੁਣਾ ਖਤਮ ਕਰਕੇ ਫਿਰ ਸਾਰਾ ਕੁਝ ਹੋ ਸਕਦਾ। ਜਿੰਨਾ ਚਿਰ ਸਾਡਾ ਲਾਲਚੀਪੁਣਾ ਨਹੀਂ ਖਤਮ ਹੋ ਸਕਦਾ, ਜਿੰਨਾ ਚਿਰ ਵਰਕ ਪਰਮਿਟ ਫ੍ਰੀ ਨਹੀਂ ਹੁੰਦੇ, ਉਹਨਾਂ ਚਿਰ ਇਹ ਘਟਾਲਾ ਹੋਣਾ ਨਹੀਂ ਹੋ ਸਕਦਾ, ਬੰਦ ਹੋ ਸਕਦਾ। ਚੰਗਾ ਜੀ, ਠੀਕ ਹੈ ਵੀਰ ਜੀ, ਧੰਨਵਾਦ ਗੁਰਜੀਤ ਸਿੰਘ। ਅੱਛਾ, ਥੈਂਕ ਯੂ। ਬਿਲਕੁਲ ਤੁਹਾਨੂੰ ਫੋਨ ਆਉਂਦਾ ਹੈ ਕੋਈ ਪੁਰਾਣੀ ਕੰਪਨੀ, 5 EMPLOYE ਰੱਖਣੇ ਨੇ, 7 ਮਹੀਨੇ ਦੀ ਕੰਪਨੀ ਭਰਾਈ ਹੋਵੇ ਤੇ ਚੈੱਕ ਦੇਣੇ ਨੇ ਘਰਦਿਆਂ ਨੂੰ, ਜਿਹਨੂੰ ਦੇ ਦਿਓ ਤੇ LMI ਦੇ ਦਿੰਦੇ, ਤੁਹਾਨੂੰ ਦਵਾ ਦਿੰਦੇ 4 30 ਹਜ਼ਾਰ ਦੀਆਂ ਵਿਕਣਗੀਆਂ। ਉਹ ਚੋਂ ਵੀ ਤੁਹਾਡਾ 10 ਸਾਡਾ 15 ਗਾਹਾਂ ਫੇਰ ਸ਼ੁਰੂ ਕਰਾਂਗੇ। ਇਹ ਗੱਲ ਕੀਤੀ ਹੋਈ ਰਾਜਨੀਤੀ ਦੇ ਤੌਰ ਤੇ ਤੁਹਾਨੂੰ ਘਾਟੇ 'ਚ ਲੈ ਕੇ ਜਾਂਦੀ ਹੈ। ਇਹ ਗੱਲ ਤਾਂ ਨਹੀਂ ਲੋਕ ਕਰਦੇ। ਇਸ ਦਾ ਇਸ਼ੂ ਤੁਹਾਡੇ ਤੇ ਪਤਾ ਕੀ ਲੈਵਲ ਲਾਉਂਦੇ ਨੇ, ਇਹ ਇਮੀਗ੍ਰੇਸ਼ਨ ਬੰਦ ਕਰਵਾਊਗਾ। ਇਹਦੇ ਕੋਲ ਇਮੀਗ੍ਰੇਸ਼ਨ ਬੰਦ ਕਰਾਉਣ ਦਾ, ਇਹ ਦੇਸ਼ ਇਮੀਗ੍ਰੈਂਟਸ ਬਿਨਾਂ ਬਚਦਾ ਹੀ ਨਹੀਂ। ਜੇ 3 ਲੱਖ ਬੰਦਾ ਸਾਲ ਦਾ ਇੱਥੇ ਆਉਂਦਾ ਨਹੀਂ, ਇਹ ਦੇਸ਼ ਸਸਟੇਨ ਨਹੀਂ ਹੋ ਸਕਦਾ। ਇਹ ਦੇਸ਼ ਬੈਂਕਰਪਟ ਹੋ ਜੂ ਜੇ ਵਰਕਰ ਦੁਨੀਆ 'ਚ ਹੋਣੇ। ਇਹਨਾਂ ਦੀ ਮਜਬੂਰੀ ਹੈ। ਟਰੂਡੋ ਤੁਹਾਡੇ ਪਿਆਰ ਲਈ ਥੋੜਾ ਜਿਹਾ, ਸਟੀਫਨ ਹਾਰਪਰ ਤੁਹਾਡੇ ਪਿਆਰ ਲਈ ਥੋੜਾ ਕਰਦਾ ਹੈ। ਇਹਨਾਂ ਨੂੰ ਲਿਆਉਣਾ ਪੈਣਾ 3 ਲੱਖ ਬੰਦਾ, 3.5 ਲੱਖ। ਉਹਨਾਂ ਦੀਆਂ ਵੰਨਗੀਆਂ ਨੇ, ਕਦੇ ਵਰਕ ਪਰਮਿਟ, ਕਦੇ ਪੁਆਇੰਟ ਸਿਸਟਮ, ਕਦੇ ਐਕਸਪ੍ਰੈਸ ਐਂਟਰੀ, ਇਹ ਲਿਆਉਣਗੇ। ਪਰ ਉਹਦੇ 'ਚ ਜਿਹੜੀ ਇਮੀਗ੍ਰੇਸ਼ਨ ਸਭ ਤੋਂ ਵੱਡੀ ਗੱਲ ਹੈ। ਪਰ ਇਮੀਗ੍ਰੇਸ਼ਨ ਦੇ ਥੱਲੇ ਜਿਹੜੀ ਇਮੀਗ੍ਰੇਸ਼ਨ ਤੱਕ ਪਹੁੰਚਦਾ ਬੰਦਾ ਇੱਥੇ ਕਰਜ਼ਈ ਹੋ ਗਿਆ $50-60 ਹਜ਼ਾਰ ਡਾਲਰ, ਤੋਂ ਕਿੱਥੇ ਨੂੰ ਜਾਊਗਾ, ਕਿੱਥੋਂ ਲਿਆਊਗਾ? ਇੱਕ ਬੰਦੇ ਤੁਸੀਂ ਪੰਜਾਬ ਬਚਾਉਣੇ ਹੋ, ਇੱਕ ਬੰਦੇ ਪੰਜਾਬ ਅਸੀਂ ਉਜਾੜਦੇ ਹਾਂ। ਉਹ ਉੱਥੋਂ ਹੀ ਆਉਣਾ, ਹੋਰ ਕਿੱਥੋਂ ਆਉਣਾ? ਕਿਵੇਂ? ਉਹ ਇੱਕ ਤਾਂ 5 ਏਕੜ ਬਚਾਉਣ ਨੂੰ ਫਿਰਦੇ ਹੋ ਅਡਾਨੀਆਂ ਅੰਬਾਨੀਆਂ ਤੋਂ, ਦੂਜੇ ਬੰਨੇ 5 ਏਕੜ ਆ ਜਿਹੜਾ ਉਹਦੇ ਤੇ ਗੂਠਾ ਲਵਾਉਣ ਨੂੰ ਦੇ ਰਹੇ ਹੋ ਵੀ ਇਹਦੇ ਤੇ ਚੱਕ ਬਾਪੂ, ਉਹਦੇ ਤੇ ਚੱਕੂਗਾ 25 ਲੱਖ ਰੁਪਇਆ ਇੱਥੇ ਭੇਜ ਦੂਗਾ। ਕਿ ਪਤਾ ਕਿਉਂ ਭੇਜੂ? ਕਿ ਪਾਣੀ ਦੇ ਅੱਧ ਚ ਹੁਣ ਜਾ ਗਾਂ ਪਿੱਛੇ ਨੂੰ ਨਾ ਮੁੜੇ, ਗਾਂ ਨੂੰ ਹੋ ਜਾਵੇ, ਪਾਰ ਤਾਂ ਹੋ ਜਾਵੇ। ਇਹ ਹਿਪੋਕ੍ਰੇਸੀ ਆ ਪੂਰੀ। ਲੋਕ ਕਹਿੰਦੇ ਨੇ ਫਲਾਣਾ ਨਾ ਬਣਿਆ, ਕੰਮ ਨਹੀਂ ਹੋਣੇ ਸਰੀ ਦੇ। ਦੱਸ, ਕੋਈ ਇੱਕ ਕੰਮ ਦੱਸ ਸਕਦੇ ਹੋ ਆ ਕੇ? ਜੇ ਕਿਸੇ ਨੇ ਕਰਾਇਆ ਹੋਵੇ ਵੀ ਆਹ ਮੈਂ ਸ਼ਹਿਰ ਦਾ ਕੰਮ ਕਰਾਇਆ ਕਲੈਕਟਿਵਲੀ, ਤਾਂ ਸਾਰੇ ਕਰਦੇ। ਕੋਈ ਪਾਰਟੀ ਬਣ ਗਈ ਉਹ ਕਰੂਗੀ, ਅਸੀਂ ਆਹ ਬਣਾਤਾ, ਅਸੀਂ ਆਹ ਬਣਾਤਾ। ਕੋਈ ਨਿਕਲ ਕੇ ਆਇਆ ਜਿਹਨੇ ਪ੍ਰਾਈਵੇਟ ਐ ਬਿੱਲ ਕੀਤਾ ਹੋਵੇ ਜਾਂ ਗੱਲ ਕੀਤੀ ਹੋਵੇ, ਆਹ ਮੈਂ ਆਪਣੀ ਕਮਿਊਨਿਟੀ ਲਈ ਕਹਿਣਾ, ਪਾਰਟੀ ਤੋਂ ਪਰਾਂ ਹਟ ਕੇ ਲਿਆਓ ਇੱਕ ਵੀ ਕੇਸ। ਇਹਦੇ ਨਾਲ ਤਾਂ ਚੱਕ ਐਡਮਾਨ ਵਰਗੇ ਉਹਨਾਂ ਨੂੰ ਸਲੂਟ ਆ ਜਿਹੜੇ ਇਸ ਦੁਨੀਆ ਤੋਂ ਚੱਲ ਗਏ। ਪਰ ਜੁਰਤ ਤਾਂ ਰੱਖੀ, ਉਹ ਕਹਿੰਦਾ ਪਾਰਟੀ ਦੇ ਮੈਂ ਖਿਲਾਫ ਜਾਂਦਾ, ਮੈਂ ਨਹੀਂ ਹੋਣ ਦਿੰਦਾ। ਬਲੇਕੀ ਅੱਗੇ ਜਿਨ੍ਹਾਂ ਨੇ 5 ਕਕਾਰਾਂ ਦੀ ਗੱਲ ਕੀਤੀ ਵਿਨੀਪੈਗ ਚ, ਉਹ ਤਾਂ ਸਿੱਖ ਨਹੀਂ ਸੀ। ਹਰ ਕੁਛ ਕੁਦਰਤ ਦੀ ਵੀ ਕਹਾਣੀ ਹੈ। ਬ੍ਰੈਂਟਨ ਵਾਲਾ MP ਸਾਹਿਬ ਕਹਿੰਦੇ ਨਾ, ਮੇਰੇ ਕਹੇ ਤੇ ਪੱਤਾ ਨਹੀਂ ਝੁੱਲਦਾ, ਪੱਤਾ। ਸ਼ਹਿਰ ਚ ਕੌਂਸਲਰ ਮੇਰੀ ਪਰਮਿਸ਼ਨ ਤੋਂ ਬਿਨਾਂ ਕੌਂਸਲਰ ਨਹੀਂ ਬਣ ਸਕਦਾ, MLA ਤਾਂ ਦੇਖੋ ਕਿਵੇਂ ਬਣਦੀ ਹੈ ਕਹਾਣੀ। ਇਹ ਵੀ ਉੱਪਰ ਵੀ ਬੈਠਾ ਇੱਕ ਜਿਹੜਾ ਹਿਸਾਬ ਕਰਦਾ, ਉਹ ਕਰੂਗਾ। ਵਪਾਰਕ ਸੰਦੇਸ਼ ਮੁੜ ਕੇ ਆ ਕੇ ਨਨਕਾਣਾ ਸਾਹਿਬ ਦੀ ਗੱਲ ਕਰ। ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਲੰਘ ਕੇ ਗਈ ਹੈ ਜੀ ਵੀਕਐਂਡ ਤੇ। ਇਹ ਮਹੰਤ ਪ੍ਰਥਾ ਜਿਹੜੀ ਹੈ ਮੰਜੀਆਂ ਥਾਪਣ ਤੋਂ ਬਾਅਦ, ਇਹ ਕਿਉਂਕਿ ਗੁਰੂ ਸਾਹਿਬ ਦੇ ਸਮੇਂ ਸ਼ੁਰੂ ਹੋਈ ਸੀ ਵੀ ਪ੍ਰਚਾਰਕ ਦੂਰ ਦੂਰ ਨਹੀਂ ਜਾ ਸਕਦੇ। ਇੱਕੋ ਏਰੀਏ ਦੇ ਵਿੱਚ, ਜਿਸ ਤਰ੍ਹਾਂ ਇਤਿਹਾਸ ਆਪਾਂ ਸ਼ੁਰੂ ਕੀਤਾ ਹੋਇਆ ਦੂਸਰੇ ਤੀਸਰੇ ਪਾਤਸ਼ਾਹ, ਚੌਥੇ ਪੰਜਵੇਂ ਪਾਤਸ਼ਾਹ ਤੱਕ, ਏਰੀਏ ਦੇ ਵਿੱਚ ਵੱਡੇ ਇੱਕ ਬੰਦੇ ਨੂੰ ਦਸਵੰਧ ਇਕੱਠਾ ਕਰਨ ਲਈ ਡਿਊਟੀ ਲਾਉਂਦੇ, ਨਾਲ ਉਹ ਧਰਮ ਦਾ ਪ੍ਰਚਾਰਕ ਹੁੰਦਾ। ਤੇ ਫਿਰ ਉਹ ਜਿਹੜੀਆਂ ਰਸਦਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂ ਜਿੱਥੇ ਅਨੰਦਪੁਰ ਸਾਹਿਬ ਜਾਂ ਕੀਰਤਪੁਰ ਸਾਹਿਬ, ਜਿੱਥੇ ਗੁਰੂ ਸਾਹਿਬਾਨ ਰਹਿੰਦੇ, ਉੱਥੇ ਤੱਕ ਪਹੁੰਚਦੀਆਂ ਤੇ ਭਲੇ ਦੇ ਕੰਮ ਤੇ ਲੱਗਦੀਆਂ। ਉਹਨਾਂ ਦੇ ਵਿੱਚੋਂ ਇਹ ਜਿਹੜੇ ਮਹੰਤ ਜਦ ਬਣ ਗਏ, ਬਦਮਾਸ਼ ਬਣ ਗਏ, ਤਾਂ ਇਹਨਾਂ ਬਦਮਾਸ਼ਾਂ ਨੇ ਫਿਰ ਗੁਰਦੁਆਰੇ ਦੇ ਵਿੱਚ ਵਿਭਚਾਰ ਸ਼ੁਰੂ ਕੀਤਾ। 20ਵੀਂ ਸਦੀ
ਤੇ ਸ਼ੁਰੂ ਦੇ ਦਹਾਕਿਆਂ 'ਚ ਗੁਰਦੁਆਰਾ ਸਾਹਿਬ ਜਨਮ ਸਥਾਨ ਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ। ਬਹੁਤ ਬਿਲਾਸੀ ਧਰਮੀ ਜੀਵਨ ਜਿਉਂਦਾ। ਮੌਤ ਦੇ ਉਹਦੇ ਪਿੱਛੇ ਉਹਦਾ ਗੱਦੀ ਤੇ ਬਹਿਣ ਵਾਲਾ ਨਰੈਣੂ ਪਿਛਲੇ ਦਿਨੀ ਫੋਟੋਆਂ ਪਾਤਸ਼ਾਹੀ ਦਾਅਵੇ ਵਾਲਿਆਂ ਨੇ ਪਾਈਆਂ। ਸ਼ਕਲ ਵੇਖਿਓ, ਪਾਤਸ਼ਾਹੀ ਦਾਅਵੇ ਤੇ ਫੇਸਬੁੱਕ ਤੇ ਜਾ ਕੇ ਦੇਖਿਓ, ਸ਼ਕਲ ਤੋਂ ਤੁਹਾਨੂੰ ਪਤਾ ਲੱਗਦਾ ਬਈ ਜ਼ਾਲਮ ਤੇ ਦੁਸ਼ਟ ਕਿਸਮ ਦੀ ਉਹਦੀ ਸ਼ਕਲ ਦੱਸਦੀ ਹੈ। ਤੇ ਬਰਤਾਨਵੀ ਸਰਕਾਰ ਕਿਉਂਕਿ ਉਹਨਾਂ ਨੇ ਦੇਸ਼ 'ਚ ਰਾਜ ਕਰਨਾ ਸੀ, ਇਹਨਾਂ ਫਰੰਗੀ ਨੇ ਉਜਾੜਾ ਕੀਤਾ ਸਿੱਖ ਕੌਮ ਦਾ ਤੇ ਸਿੱਖ ਰਾਜ ਦਾ, ਉਹਨਾਂ ਕਿਸੇ ਨੇ ਨਹੀਂ ਕਰਨਾ, ਇਹ ਮੰਨਣਾ ਪਊਗਾ। ਬਰਤਾਨਵੀ ਅਧਿਕਾਰੀ ਉਹਦੀ ਪਿੱਠ ਤੇ ਸੀ ਤੇ ਮਹੰਤ ਸਥਾਨਕ ਅਧਿਕਾਰੀਆਂ ਨੂੰ ਸਭ ਕੁਛ ਪੇਸ਼ ਕਰਦਾ। ਗੁਰਦੁਆਰੇ ਦੇ ਫੰਡ ਵਿੱਚੋਂ ਲੱਖਾਂ ਹੀ ਕੀਮਤਾਂ ਦੀਆਂ ਸੌਗਾਤਾਂ ਪੇਸ਼ ਕਰਦਾ। ਅਧਿਕਾਰੀ ਹਰ ਸੰਕਟ ਦੇ ਵਿੱਚ ਉਹਦੀ ਮਦਦ ਕਰਦੇ। ਇਹ ਹਾਲਤ ਨੇ ਜਦ ਅਕਾਲੀ ਸੁਧਾਰਕਾਂ ਦਾ ਧਿਆਨ ਖਿੱਚਿਆ, ਗੱਲਾਂ ਬਾਤਾਂ ਹੋਈਆਂ। ਸ਼ੁਰੂ 'ਚ ਆਮ ਤੌਰ ਤੇ ਵਰਤਿਆ ਜਾਣ ਵਾਲਾ ਤਰੀਕਾ ਇਹ ਸੀ ਵੀ ਦੀਵਾਨ ਸਜਾ ਕੇ ਨਨਕਾਣਾ ਸਾਹਿਬ ਦੇ ਜਨਮ ਸਥਾਨ ਤੇ ਦੂਜੇ ਗੁਰਦੁਆਰਿਆਂ ਦੀ ਹਾਲਤ ਦੇ ਬਾਰੇ ਵਿਚਾਰ ਕਰਨ ਲਈ ਤੇ ਮਹੰਤ ਨੂੰ ਸੁਧਾਰ ਲਿਆਉਣ ਲਈ ਆਖਿਆ। ਕਹਿਣ ਅਕਤੂਬਰ 1920 ਦੇ ਸ਼ੁਰੂ 'ਚ ਧਾਰੀਵਾਲ ਵੀ ਇਹ ਜਿਹਾ ਦੀਵਾਨ ਲੱਗਿਆ, ਮਤਾ ਪਾਸ ਕੀਤਾ। ਨਰੈਣ ਨੂੰ ਕਿਹਾ ਵੀ ਤੂੰ ਸਿੱਧਾ ਬਣ ਜਾ, ਗੱਲ ਤੂੰ ਨਾ ਇਹ ਕਰ। ਪਰ ਜਦ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਤੋਂ ਦੂਜੇ ਗੁਰਦੁਆਰਾ ਸਾਹਿਬ ਤੋਂ ਅਕਾਲੀ ਸੁਧਾਰਕ ਜਿਹੜੇ ਨੇ, ਤਾਂ ਮਹੰਤ ਨੂੰ ਇਹ ਲੱਗ ਗਿਆ ਵੀ ਇਹ ਗੱਲ ਵੱਡੀ ਹੋ ਰਹੀ। ਉਹਨੇ ਫਿਰ ਆਤਮ ਰੱਖਿਆ ਦੇ ਲਈ ਧਰਮ ਸਥਾਨ ਦੀ ਕਿਲਾਬੰਦੀ ਦੇ ਬਹਾਨੇ ਨਰੈਣੂ ਨੇ 400 ਦੇ ਕਰੀਬ ਪਹਾੜੇ ਦੇ ਜਿਹੜੇ ਬੰਦੇ ਇਕੱਠੇ ਕਰ ਲਏ। ਇਹਨਾਂ ਵਿੱਚ ਰਾਂਝਾ ਤੇ ਰਹਾਣਾ ਵਰਗੇ ਨਾਮੀ ਬਦਮਾਸ਼ ਵੀ ਸੀ। ਤਲਵਾਰਾਂ, ਲਾਠੀਆਂ, ਛਬੀਆਂ, ਟਾਕੂਏ ਹਥਿਆਰਾਂ ਨਾਲ ਲੈਸ ਕਰ ਦਿੱਤਾ। ਗੋਲਾ ਬਰੂਦ, ਮਿੱਟੀ ਦਾ ਤੇਲ ਇਕੱਠਾ ਕਰ ਲਿਆ ਤੇ ਇੱਕ ਵਪਾਰੀ ਕੋਲੋਂ ਪਿਸਤੌਲ ਦੀਆਂ ਗੋਲੀਆਂ ਦੀ ਵੱਡੀ ਗਿਣਤੀ ਖਰੀਦੀ ਉਹਨੇ ਲਾਹੌਰ 'ਚੋਂ। ਇਸਮਾਇਲ ਭੱਟੀ ਦੇ ਨਾਂ ਦੇ ਥੱਲੇ 100 ਪਠਾਣਾਂ ਦਾ ਗਰੋਹ ਜਿਹੜਾ ਰੈਡੀ ਕਰ ਲਿਆ। ਮਾਰਚ ਉਧਰ ਉੱਤੋਂ ਦੀ ਗੱਲ ਜਿਹੜੀ ਜਦ ਚੱਲ ਪਈ ਤੇ ਇਹ ਦਿਨ 4 ਮਾਰਚ 1921 ਦਾ ਜਿਹੜਾ ਤੇ ਉਦੋਂ ਪਰ ਪਹਿਲਾਂ ਕਿਉਂਕਿ ਜਥੇ ਜਾਣੇ ਸੀ, ਜਦ ਅੰਦਰੋਂ ਪਤਾ ਲੱਗਿਆ ਤਾਂ ਅਕਾਲੀ ਜਿੰਨੇ ਵੀ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ 4 ਮਾਰਚ ਤੋਂ ਪਹਿਲਾਂ ਨਾ ਲੋਕ ਚਲੇ ਜਾਣ। ਪਰ ਸੁਨੇਹਾ ਪਹੁੰਚਦਾ ਜਦ ਕਿਹੜਾ ਫੋਨ ਸੀ ਨਾ, ਜਿਹੜੇ ਕੋਈ ਵੀ ਰੁਕੇ ਕਿੱਥੇ ਤੱਕ ਜਾਣੇ ਸੀ। ਇਹ ਯਤਨਾਂ ਦੇ ਲਈ ਵੀ ਹੁਣ ਬੰਦੇ ਫਸ ਨਾ ਜਾਣ। ਸਰਦਾਰ ਹਰਚੰਦ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਮਾਸਟਰ ਤਾਰਾ ਸਿੰਘ ਨਨਕਾਣੇ ਨੂੰ ਤੁਰ ਪਏ ਵੀ ਰੋਕੀਏ, ਬੰਦੇ ਫਸ ਜਾਣਗੇ। ਇਹ ਬੰਦੇ 19 ਫਰਵਰੀ 1921 ਨੂੰ ਨਨਕਾਣੇ ਪਹੁੰਚੇ। ਸਰੂਰ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ, ਜਸਵੰਤ ਸਿੰਘ ਚੌਹਾਲ, ਦਲੀਪ ਸਿੰਘ ਵੀ ਉੱਥੇ ਪਹੁੰਚ ਗਏ, ਸਾਰੇ ਲੀਡਰ। ਇਹਨਾਂ ਨੇ ਜਥਿਆਂ ਨੂੰ ਵੀ ਮਿਤੀ ਤਰੀਕ ਤੋਂ ਮਾਰਚ ਤੋਂ ਪਹਿਲਾਂ ਨਾ, 4 ਤੋਂ ਪਹਿਲਾਂ ਨਾ ਉੱਥੇ ਚਲੇ ਜਾਣ ਤੇ ਉਹ ਸੁਨੇਹਾ ਭੇਜਤਾ। ਪਹਿਲਾ ਸੁਨੇਹਾ ਭੇਜਤਾ ਸੀ ਵੀ ਸੰਗਤ ਆਵੇ। ਦਲੀਪ ਸਿੰਘ ਤੇ ਜਸਵੰਤ ਸਿੰਘ ਨੂੰ ਇਹ ਭੇਜਿਆ ਗਿਆ ਕਿ ਉਹ ਜਥੇਦਾਰ ਪ੍ਰਤਾਪ ਸਿੰਘ ਝੱਬਰ ਨੂੰ ਮਿਲਣ ਤੇ ਨਨਕਾਣੇ 'ਚ ਜ਼ਬਰਦਸਤੀ ਕਬਜ਼ਾ ਕਰਨ ਦੀ ਉਹਦੀ ਯੋਜਨਾ ਨੂੰ ਤਿਆਗਣ। ਗੱਲ ਇਹ ਹੋਈ ਸੀ ਵੀ ਮੱਥਾ ਟੇਕਣ ਜਾਣਾ, ਸੰਗਤ ਇਕੱਠੀ ਹੋਊਗੀ, ਮਾਰ ਕੇ ਟੰਬੇ ਮਹੰਤ ਨੂੰ ਭਜਾਉਣਾ। ਝੱਬਰ ਨੂੰ ਸੂਚਨਾ ਮਿਲ ਗਈ। ਦਲੀਪ ਸਿੰਘ ਫਿਰ ਭਾਈ ਲਛਮਣ ਸਿੰਘ ਧਾਰੋਵਾਲੀ ਸੂਚਨਾ ਦੇਣ ਲਈ ਸੁੰਦਰਕੋਟ ਨੂੰ ਪਹੁੰਚਿਆ। ਜਦ ਉਹ ਨਨਕਾਣੇ ਵੱਲ ਨੂੰ ਤੁਰ ਪਏ, ਭਾਈ ਲਛਮਣ ਸਿੰਘ ਤੇ ਉਹਦਾ ਜਥਾ ਤੁਰ ਪਏ। ਪਹਿਲਾਂ ਰਾਹ ਦੇ ਵਿੱਚ ਹੋਰ ਬੰਦੇ ਰਲੀ ਗਏ। 19 ਫਰਵਰੀ 1921 ਨੂੰ ਡੂੰਘੀ ਸ਼ਾਮ ਲਛਮਣ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਰਵਾਨਾ ਹੋਇਆ ਨਨਕਾਣਾ। ਹੋਰ ਆ ਗਏ 20 ਫਰਵਰੀ ਨੂੰ ਸਵੇਰੇ ਜਥਾ ਗੁਰਦੁਆਰਾ ਜਨਮ ਸਥਾਨ ਤੋਂ ਅੱਧਾ ਮੀਲ ਦੂਰ ਪਹੁੰਚ ਗਿਆ। ਦਲੀਪ ਸਿੰਘ ਦਾ ਉਹਨੂੰ ਸੁਨੇਹਾ ਮਿਲਿਆ ਤੇ ਜਨਮ ਸਥਾਨ ਵੱਲ ਨਾ ਜਾਣ, ਅੱਗੇ ਜਾਣ। ਇਕੱਠ ਦੇ ਵਿੱਚ ਅੱਜ ਸੁਣਿਓ ਤੁਸੀਂ, ਕਹਿੰਦੇ ਨਾ ਦੀਪ ਸਿੱਧੂ ਨੇ ਆਹ ਕਰਤਾ ਜੀ, ਦੀਪ ਸਿੱਧੂ ਨੇ ਉਹ ਕਰਤਾ। ਇਹਨਾਂ ਬੰਦਿਆਂ ਨੂੰ ਕਿਹਾ ਆ ਕੇ ਬਈ ਅੰਦਰ 400 ਉਹਦੇ ਕੋਲ ਬੰਦਾ, ਅਸਲਾ ਉਹਦੇ ਕੋਲ ਆ, ਛਵੀਆਂ ਗੰਡਾਸੇ ਤੇ ਬੰਦੇ ਤਿਆਰ ਨੇ, ਤੁਸੀਂ ਨਾ ਜਾਓ। ਲਛਮਣ ਸਿੰਘ ਸਹਿਮਤ ਹੋ ਗਿਆ। ਜਥੇ ਦੇ ਦੂਜੇ ਲੋਕ ਕਹਿੰਦੇ ਕੀ ਕਿਉਂ ਨਹੀਂ ਜਾ ਸਕਦੇ, ਅਸੀਂ ਤਾਂ ਤੁਰਿਆ, ਅਸੀਂ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ, ਮੱਥਾ ਹੀ ਟੇਕਣਾ, ਅਸੀਂ ਕਿਹੜਾ ਉੱਥੇ ਕੋਈ ਗਲਤ ਕਰਨਾ, ਮੱਥਾ ਟੇਕ ਸਕਦੇ ਆ। ਸੋਧੀ ਅਰਦਾਸ ਸੀ। ਲਛਮਣ ਸਿੰਘ ਹੋਣੀ ਤੁਰ ਪਏ। 6 ਵਜੇ ਦੇ ਕਰੀਬ ਜਦ ਉੱਥੇ ਪਹੁੰਚੇ ਜਥਾ ਲੈ ਕੇ, ਤਾਂ
महंत नारायण दास दे चलाकी नाल बिछाए जाल च फस जद हमैतियां ने हमला किया मुर्दे ते फट्टड़ एक थां जमा करके मिट्टी का तेल पा के अगे ला सड़े हुए ढेरां दे विच पैर लत्तां खोपड़ियां निक्के निक्के टुकड़े ते सरकारी वकील ने गल दसी भी महंत कहना लाशां ही साड़ दिओ नाम निशान ना रहे भी इत्थे कोई बंदा है ते इहदे नाल फिर जद ये गल होई तां फिर सारे पंजाब दे विच सारे देश दे विच ही ये रौला इस गल दा पै गया बहुत वड्डी गल हो गई स्थानक अखबारां ने भी लिखिया ते फिर ननकाणे दे शहीदां नाल हमदर्दी लई महात्मा गांधी होनी तुर पे वो कहंदे भी हुण अपना समय मर गए खप गए सवाह बन गई हुण चली तोरो बकरी नाल तोरीए चलीए उधर नूं मौलाना शौकत अली किचलू लाला दुनीचंद लाजपत राय ढुग्गी ढुड्डीकिया वाला ते साके वाली थां ते पहुंच गए जिवें अक्सर सिखां ने मरना हुंदा मुड़ के उन्हां दीयां सवाहां ते जाके राजनीति करनी हुंदी सिख आगू विधान सभा दे विधान परिषद दे मैंबर लीग दे चीफ खालसा दीवान 3 मार्च 1921 नूं ननकाणे च बहुत बड़ा जिहड़ा शहीदी दीवान होया जिधर करतार सिंह झब्बर जिहने डिप्टी कमिश्नर तो चाबियां प्राप्त जिहड़ियां कीतियां ते इहदे तो आखिर जी सिखां ने नींद च देश नूं उड़ाता हुण इह स्वराज वल नूं चल बस सिखां ने स्वराज वल नूं ही तोरना होर कुछ नहीं अकाली सिखां नाल हमदर्दी दिखाउण लई गांधी भी पहुंच गया 3 मार्च नूं उन्हें दीवान च महात्मा ने हिंदुस्तानी संकेत भाषण दा नकाणे दी खबर इतनी चकरा देने वाली है वो पुष्टि किए बगैर इस पर विश्वास नहीं सी कर सकते कहना तां देखना बस उतों गल चल पई ते सिंह शहीद हो गए ते उधर देश आजाद होने वाल संघर्ष शुरू हो गया सरकार तो दरबार साहब के तोशेखाने की चाबी लैण की गल गुरु के बाग की मोर्चे की गल ये चली तो मेरे कहने का मतलब यह है शताब्दी हो गई तो इस तो हुण तुसीं समझो ये कम्यूनीकेशन कोई नहीं सी ना इन्हां कोल बेचारियां कोल तुर पे नेड़े आ गए 500-700 बंदा जथे दा लीडर मन रहा कौम के लीडरां दी गल भी नहीं जानते पर नाल ओह कहंदे असीं मत्था टेकण भी नहीं गुरु दे जा सकते यार जद इकट्ठ हुंदा इकट्ठ च किहने की करना कोई किसी दे लगाम नहीं हुंदी जिवें दिल्ली के इकट्ठ दे विचों कुछ कहंदे भी असीं जाना रिंग रोड ते यार असीं लाल किले क्यों नहीं जा सकते जिहदे ते बहुत वाद विवाद होया होया एक दूजे नूं लगे हुए ने ना ननकाना साहब का साका पढ़ियो जिस पता सी 400 बंदा अंदर बैठा सबको पता लग गया सी बाहर जथेदारां नूं भी अंदर गंडासे टकूए ने तेल है कुंडा ला लिया अंदर जदों मत्था टेकण गए कुंडा ला लिया जंड नाल बन के सारता लक्ष्मण सिंह धारवाल ने कौम ने खटिया की अज तक ये दसे कोई कौम का आके सिपा सलाह बिल्कुल लसानी शहीदियां दे विच जिहड़ा बहुत कुछ नौ है साडे साहब दे वल्लों मिली हुई सरबत दे भले ते कुर्बानियां होईयां साहब गुरु साहब ने कीतियां कौम ने कीतियां पर कुछ समा जिहड़ा हुंदा है वो सियाणप ते खड़ के टेबल टॉक करके जिहड़ी गल फीजेबल आ कुछ करन वाली ओहदे ते भी विचार करना चाहिए कंध च जे सिर मारांगे सिर जख्मी होगा सानू पता होना चाहिए भी असी केड़ा पैंतड़ा करना चुंडी बढ़ाई है गांधी ने नोटां ते फोटो आ बाद च नेहरू खानदान आ गया प्यो बन गया प्यो तो एक किताब आ जे किसी कोल अजीत सिंह सरहदी दी पंजाबी सूबे दी गाथा अंग्रेजी दी किताब आ पंजाबी च सरदार साहब दी भी पढ़ के वेखियो होया की है जिहड़ा कहना ना सिख 47 च जनाह दिंदा सी साडे आ जाओ कोई नहीं सी किसी नूं कुछ दिंदा 47 तो पहला बहुत दंगे हुए ने कलकत्ते दंगे हुए ने रावलपिंडी च दंगे हुए ने सिख 47 तो पहला ही वढ़ के उन्होंने एक बार नहीं बहुत बार होया बिल्कुल तारा सिंह ने जिहड़ी कड्डी श्री साहब ओहदा कारण ये सी ओह कहंदा सिखां नूं तां तुसीं पहला मार रहे हो इहो जिहा किहड़ा पाकिस्तान साडे देहां ते बनू
क्योंकि पढ़िया कुछ नहीं। वो तुहानू दसदे सी जी, तुहानू आउंदे सी, तुहानू एरिया दे देंगे, कोई ऑटोनमस एरिया नहीं सी दे रहे। वो कहते सी भी आ जाओ तुहानू वध अधिकार दे दें। उधर नेहरू कहते सी भी मैनू गल नहीं, लखनऊ पैकेट के थले जनाब नू पहले ही कहता सी नेहरू होना भी तेरा इत्थे असीं नहीं कोई जुगाड़ बन देना। नेहरू नू यह पता लग गया सी कि जनाब नू यह पता लग गया सी भी मैं कौम की गुलामी जिहड़ी गल च नहीं पाउणी। जिदन बलदेव डूमणा ते जनाह ते नेहरू इंग्लैंड च इकट्ठे होए, कहंदे बलदेव डूमणे की मीटिंग हुई जनाह दे नाल। वो कहदा तुहानू आजो तुहानू वध अधिकार दे, स्लिप ते लिख के दिता। स्लिप के थले डूमणे ने लिखा, कहना असीं तां अपनी किस्मत जिहड़ी कांग्रेस नाल बन्नती, मैनू तेरा पता है जिहड़ा पाकिस्तान तेरा हो किड्डा क होऊ। कहंदे स्लिप जिहड़ी हत्थ च फड़ी सी, स्लिप दिखा के जनाह कहंदा एडा क भी पाकिस्तान मेरा मिल जावे, ये भी मैनू मंजूर। तो बहुत गल्लां होईयां जिन्हां तत्थां ते गल करन दी लोड़ है। एक किताब है जिहदे सबूत के तौर पर अजीत सिंह सरहदी उन्होंने पंजाबी सूबे की गाथा, जे किसी को मिले वाढे अधिकारी किताब है, पढ़ के वेखो होया की है, घटनावां किवें होईयां, किवें पंजाबी सूबे वाल धक्किया नेहरू। उन्होंने सिखां ने कुछ नहीं किया, बढ़दी सार बना के जराइम पेशा कौम ते ये ते वो। ਉਹਦੇ बाद उन्होंने घट गिणती कहना ना घट गिणती थोड़ी रहूगी, कोई इत्थे भाषा भूषा थोड़ी पंजाबी असीं नहीं बनती। राह पाया उधर नूं लैके गए, गल चलदी है कैरों महा पंजाब मंगदा सी, ये मंगदा सी, वो मंगदा सी। कुछ बंदे ने जिन्हां नूं अपना वध अधिकार वधिया लगदे ने, कुछ नूं वड्डा आकार सूबे दा वधिया लगदा। इहदे विच कोई अतकथनी नहीं सी कि वड्डा पंजाब रहिंदा, हरियाणा रहिंदा, तुसीं NCR दे नाल लगदे हिमाचल रहिंदा, उह माड़ी कोई गल नहीं। पर हुण जिहड़ा कौम दा लीडर उस समय किहड़ी कसवट्टी तो सोच रहा, वो तां तारा सिंह ही दस सकदे, फतेह सिंह नहीं दस सकते ने किवें सोचते सी। वो करतार सिंह ग्यानी ने जिहड़ा रोल इत्थे बहुत ने जिहड़े चेले ने करतार सिंह ग्यानी बड़े सियाणे सी, वो पए हुंदे सी, वो खद्दर दा चोला पा के पए रहिंदे सी, उस तरह जिहड़ा कोड रखदे सी अपने कशहरा जिथे मर्जी सुला दो। सब तो वध जिहड़ी विरोधता यानी करतार सिंह ने संत मास्टर तारा सिंह दी की पूरी कैरों दे चेले बन के, ते बलदेव डूमणे दे खर्चे ते वो बंदा रहिंदा रहा। जिथों राजनीति बादलों की शुरू हुई है उत्थों ही शुरू हुई है। उहदे कोल ही तेजा सिंह बादल उन्होंने लैके गया सी भी इहनूं रख लो बंदे नूं, कहना ना तुहानूं MLA बनाओ। एनीवेज वो MLA बन गए, कोई माड़ी नहीं मैं गल कहंदा, पर बहुत कुछ है जिहड़ा पढ़िया तो बिना तुहानूं नहीं पता लगदा। पढ़िया करो। हुण गल तां याद कर लैंदे, शताब्दी हो गई, जंड नूं मत्था टेक के आउणे, पर कौम ने गवाया की कुछ है ते अचीव की। हुण आ जिहड़ा मोर्चा बैठा अरबां रुपया करोड़ां रुपया चले गया, लंगर होए, खीरा होए, खोआ होए, बदाम होए, काजू होए, ਉਹਦੇ ਵਿੱਚੋਂ ਨਿਕਲਿਆ ਕੀ ਆ ਮੈਨੂੰ ਦੱਸੋ। ਸ਼ਿਕਾਇਤ ਕਰਦਾ ਨਾ ਡੀਲ, ਆ ਜਾਓ 50-50 ਬੰਦੇ 60-60 ਆ ਜਾਓ ਜਲ ਲੈ ਆਓ, बैठा आराम नाल चार हंझू सिੱਟੇ, मोर्चा शांता जी मोर्चा शांता। ਜਿਹੜੇ कुछ ਵਿੱਚੋਂ अपनी मर्जी नाल चले गए ਤੇ ਉਹਨੂੰ ਅਸੀਂ फटकार लग गए ਤੇ सारा कुछ बना के ਉਹਨੂੰ ਦੇ ਦਿੱਤਾ। ਜੇ ਨਾ ਗਾਲਾਂ ਕੱਢਣ ਲੱਗਦੇ ਕਿਤੋਂ ਟਿਕਾਇਤ ਨਹੀਂ ਸੀ ਹੋਣਾ। ਕਹਿ ਦਿੰਦੇ ਇਸ ਗੱਲ ਨੂੰ ਵੀ ਭਾਈ ਅਸੀਂ ਇਸ ਚੀਜ਼ ਦੀ ਮੁਖਾਲਫਤ ਕਰਦੇ ਆ, ਇਹ ਆਪਣੀ ਮਰਜ਼ੀ ਨਾਲ ਗਏ ਨੇ, ਪਰ ਸਾਡੇ ਵਿੱਚੋਂ ਹੀ ਇਹਨਾਂ ਨਾਲ ਸਹਿਮਤ ਨਹੀਂ ਵੀ ਇਹ ਲਾਲ ਕਿਲੇ ਤੇ ਗਏ। ਜਿਹੜੇ ਪੈਂਤੜਾ ਲੈ ਰਿਹਾ ਜਿਨ੍ਹਾਂ ਨੂੰ ਪਿੰਡ 'ਚ 100 ਵੋਟਾਂ ਨਹੀਂ ਪੈਂਦੀਆਂ, ਕਾਮਰੇਡ ਰਜਿੰਦਰ ਵਰਗੇ ਗਦਾਰੀਆਂ ਤੇ ਸਰਦਾਰੀਆਂ ਵੰਡਣ ਲੱਗ ਗਏ, ਉਹ ਵੀ ਵਿੱਚੋਂ ਹੀ ਸੀ। ਜਿਹੜਾ ਹੁਣ ਉੱਥੇ ਮੂਹਰੇ ਬੈਠਾ ਉਹ ਨਾ ਕਾਮਰੇਡ ਆ, ਨਾ ਖਾਲਿਸਤਾਨੀ ਆ, ਨਾ ਪਾਕਿਸਤਾਨੀ ਆ, ਨਾ ਉਹ ਆਮ ਦਿਲ ਨੂੰ ਮੰਨ ਕੇ ਗਏ ਹੋਏ ਪੰਜਾਬ ਦੇ ਲੋਕ ਬੈਠੇ ਨੇ, ਉਹ ਕਿਸੇ ਪਾਰਟੀ ਨਾਲ ਨਹੀਂ ਇਸ ਸਭ। ਹਾਂ, ਉੱਥੋਂ ਜਦੋਂ ਮੁੜਨਗੇ ਫਿਰ 22 ਦੀਆਂ ਇਲੈਕਸ਼ਨਾਂ ਦੇ ਵਿੱਚ ਉਹ ਦੱਸਣਗੇ ਉਹ ਕਿਹੜੀ ਪਾਰਟੀ ਨਾਲ, ਪਰ ਹਲੇ ਉਹ ਨਿਰਸਵਾਰਥ ਬੈਠੇ ਨੇ ਵੀ ਸਾਡਾ ਪੰਜਾਬ ਬਚ ਜੇ। ਜੇ ਵੱਡਕਾਰੀ ਕਿਤਾਬ ਨਹੀਂ ਪੜ੍ਹਨੀ, ਇੱਕ ਹੋਰ ਕਿਤਾਬ ਹੈ ਬਹਾਦਰ ਸਿੱਖ ਕੌਮ ਪਿੰਜਰੇ ਵਿੱਚ ਕਿਵੇਂ ਪਈ, ਉਹ ਵੀ ਕਿਤਾਬ ਪੜ੍ਹਨ ਵਾਲੀ ਹੈ। ਆਪਣੇ ਘਰ 'ਚ ਕਿਤਾਬਾਂ ਦਾ ਸ਼ਿੰਗਾਰ ਬਣਾਓ। 20ਵੀਂ ਸਦੀ ਦੀ ਸਿੱਖ ਰਾਜਨੀਤੀ ਸਾਜ ਮੇਹਰ ਸਿੰਘ ਦੀ ਕਿਤਾਬ ਦੇ ਵਿੱਚ ਸਭ ਪਤਾ ਹੈ। ਲੱਗ ਰਿਹਾ ਉਹ ਲਖਨਊ ਪੈਕਟ ਤੋਂ ਲੈ ਕੇ ਦੇਸ਼ ਆਜ਼ਾਦ ਤੋਂ ਪਹਿਲਾਂ ਉਹ ਬਹੁਤ ਅਲੱਗ ਕਿਸਮ ਦੀਆਂ ਕਿਤਾਬਾਂ ਪੜ੍ਹਨ ਵਾਲੀਆਂ। ਜੇ ਕੋਸ਼ਿਸ਼ ਆ ਪੜ੍ਹੋ
ਤੇ ਹੁਣ ਤਾਂ YouTube ਤੇ ਵੀ ਬਹੁਤ ਕੁਝ ਪਿਆ, ਪਤਾ ਤਾਂ ਲੱਗੇ ਤੇ ਕੌਮ ਕੁਝ ਨਿਰਣੇ ਤੇ ਪਹੁੰਚੇ ਵੀ ਕੀ ਕਰ ਸਕਦੇ। ਕੱਲ ਨੂੰ 12:20 ਤੇ ਫੇਰ ਸੇਵਾ 'ਚ ਹਾਜ਼ਰ ਹੁੰਦਾ। ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੀਏ, ਵੱਧ ਤੋਂ ਵੱਧ ਜਾਣਕਾਰੀ ਲਿਆ ਕਰੀਏ ਤੇ ਕੌਮ ਸੋਚਣ ਦੇ ਸਮਰੱਥ ਹੋਵੇ। ਕੋਈ ਲਕਬ ਕੀ ਦਿੰਦਾ ਤੁਹਾਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ, ਪਰ ਸਾਡੇ ਰਸਤੇ ਸਿੱਧੇ ਹੋਣ ਕਿ ਅਸੀਂ ਕੀ ਕਰਨਾ, ਫਿਰ ਬੱਚਤ ਹੋ ਸਕਦੀ ਹੈ। ਇਹ ਖਾਸ ਖਿਆਲ ਰੱਖਣਾ ਚਾਹੀਦਾ। ਵਪਾਰਕ ਸੰਦੇਸ਼ ਤੇ ਗੀਤ ਬਾਅਦ 'ਚ ਰੱਬ ਰਾਖਾ।